ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। श्री गुरु ग्रंथ साहिब उदद मंदों कर एकंकारा सतगुरु ते प्रसाद सत होए। वाहिगुरु जी की फतेह। बिघन बिनासन सोए। जह डिठे मन धीरिय किल विखवैयन दूरे। सो क्यों विसरै माओ मैं जो रहा पर पो। सो क्यों विसरै माओ मैं जो रहा भरपूरे। श्री वाहिगुरु साहिब जी। सवैया जाने मालाकार गुरु बाग के मझारे आयो। हरख उदार ते पधार मिलियो जाए कै। पावन अनूप महा सुंदर स्वरूप हेर। हाथ जोर बंदना करी है सीर न्याय कै। सन्मान आवर साहिब कमाल बारगाह इनायत के मालक कलयुगी जीवों के उद्धारकर्ता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत। गुरुदेव जी की महान इनायत का सदका साडे सारियां दे सिर ते मेहरामतमई रखे हथ का सदका जीवन का अज का दिन भी प्राप्त होया। और इस नवे दिन की जो नवे जन्म समान है शाम अजीजुल नवाज गनीमुल खराज पातशाह गुरु गोबिंद सिंह महाराज जी दे पावन चरण कमलों की खाक दे नाम करना नसीब होया। सतगुरु जी की मेहर सदका सोदर चौंकी दे कीर्तन हर कीरत हमरी रहरास आरती अरदास ते फिर सदाए खास गुरुदेव जी दे हुक्मनामे आपने झोली च पवाए हैं। कुछ समा होर सतगुरु पातशाह गुरु गोबिंद सिंह महाराज जी दियां पावन पवित्र बाल गाथावां राही मन गुरु चरनां नाल जुड़ सके। एकाग्रता अदब ते आनंद दी दात झोली च पै सके। इसलिए जितने माता भराता हाजरीन हाजरी भर रहे हो पेशतर दोहां हत्थां नूं हिरदे दे सामने जोड़दियां नेत्र बंद करके ऐसा गहराई तो महसूस करिए
ਕਿ ਸਾਡਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਕਿ ਬਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਹਿਲੀ ਦਫਾ ਆਪਣੇ ਘਰ ਵਿੱਚੋਂ ਸ਼੍ਰੀ ਮਾਤਾ ਜੀ ਦੀ ਆਗਿਆ ਪਾ ਕੇ ਮਾਤੁਲ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਤੇ ਆਪਣੇ ਬਾਲ ਗੋਪਾਲ ਸਾਥੀਆਂ ਨਾਲ ਬਾਗ ਵਿੱਚ ਖੇਲਣ ਵਾਸਤੇ ਆਏ ਨੇ। ਬਾਗ ਦੀਆਂ ਵੱਡੀਆਂ ਵੱਡੀਆਂ ਟਹਿਣੀਆਂ ਫਲਾਂ ਸਮੇਤ ਝੁਕੀਆਂ ਹੋਈਆਂ ਹਨ ਤੇ ਛੋਟੇ ਛੋਟੇ ਪੌਦੇ ਵੀ ਝੁਕੇ ਹੋਏ ਹਨ। ਉਹਨਾਂ ਦੀਆਂ ਜੜ੍ਹਾਂ ਵੱਲ ਦੇਖ ਕੇ, ਆਲ ਬਾਲ ਦੇਖ ਕੇ ਐਸਾ ਪ੍ਰਤੀਤ ਹੁੰਦਾ ਹੈ ਬਈ ਇਹਨਾਂ ਨੂੰ ਸਵੇਰੇ ਹੀ ਪਾਣੀ ਦਿੱਤਾ ਗਿਆ। ਸਾਰਾ ਉਹਨਾਂ ਦੀਆਂ ਜੜ੍ਹਾਂ ਦੇ ਲਾਗੇ ਲਾਗੇ ਗਿੱਲਾ ਥਾਂ ਮੌਜੂਦ ਹੈ, ਪਰ ਫਿਰ ਇਹਨਾਂ ਪੌਦਿਆਂ ਦੀਆਂ ਸਿਰੀਆਂ ਮੁਰਝਾਈਆਂ ਹੋਈਆਂ, ਝੁਕੀਆਂ ਹੋਈਆਂ ਕਿਉਂ ਨੇ? ਭਾਵੇਂ ਬਾਲਕ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਇੱਕ ਪੌਦੇ ਨੂੰ ਸਪਰਸ਼ ਕਰਦੇ ਨੇ ਤੇ ਉਹ ਮੁੜ ਕੇ ਖੜਾ ਹੋ ਜਾਂਦਾ ਹੈ, ਮੁੜ ਕੇ ਆਪਣੇ ਆਕਾਰ ਵਿੱਚ ਆ ਜਾਂਦਾ ਹੈ। ਇਸ ਗੱਲ ਨੂੰ ਭਾਵੇਂ ਕੋਈ ਹੋਰ ਮਹਿਸੂਸ ਕਰੇ ਜਾਂ ਨਾ ਕਰੇ, ਪਰ ਸਿੱਖ ਦਾ ਹਿਰਦਾ ਮਹਿਸੂਸ ਕਰਦਾ ਹੈ ਇਹ ਪਾਣੀ ਲੱਗਾ ਹੋਣ ਦੇ ਬਾਵਜੂਦ ਮੁਰਝਾਏ ਹੋਏ ਨਹੀਂ, ਬਲਕਿ ਅਨੰਤ ਬ੍ਰਹਿਮੰਡਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ, ਇਸ ਲਈ ਸਾਰੇ ਸਿਰ ਝੁਕਾ ਕੇ ਖੜੇ ਹਨ। ਇਤਨੇ ਨੂੰ ਬਾਗ ਦਾ ਮਾਲੀ ਵੀ ਪਹੁੰਚ ਗਿਆ। ਉਸਨੇ ਬੜੀ ਸੋਹਣੇ ਫੁੱਲਾਂ ਦੀ ਵਿੱਚ ਪੱਤੀਆਂ ਰੰਗ ਬਿਰੰਗੀਆਂ ਪਾ ਕੇ ਇੱਕ ਹਾਰ ਤਿਆਰ ਕੀਤਾ ਹੋਇਆ। ਉਸ ਨੂੰ ਵੀ ਕਿਤੇ ਪਵਨ ਦੇ ਝੋਕਿਆਂ ਦੇ ਕੰਨਾਂ ਨਾਲ ਸੋਹ ਕੇ ਸੁਖਨ ਸੁਣਾਈ ਪਏ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਰਨ ਤੇਰੇ ਬਾਗ ਵਿੱਚ ਪਾਏ ਨੇ। ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤਾ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਜਾਨੀ ਮਾਲਾਕਾਰ ਗੁਰੂ ਬਾਗ ਕੇ ਮਝਾਰੇ ਆਇਓ। ਮਾਲਾਕਾਰ ਕਹਿੰਦੇ ਨੇ ਜੈਸੇ ਕਲਾਕਾਰ, ਕਲਾ ਨੂੰ ਸਮਝਣ ਵਾਲਾ, ਕੁੰਭਕਾਰ ਘੜਾ ਬਣਾਉਣ ਵਾਲਾ, ਜਿਸ ਨੂੰ ਅਸੀਂ ਆਮ ਕਰਕੇ ਕੁਮਾਰ ਕਹਿ ਦਿੰਦੇ ਹਾਂ। ਸ਼ਬਦ ਹੈ ਕੁੰਭਕਾਰ, ਗੀਤਕਾਰ, ਕਲਾਕਾਰ। ਔਰ ਇਸੇ ਤਰ੍ਹਾਂ ਮਾਲਾ ਬਣਾਉਣ ਵਾਲੇ ਮਾਲੀ ਨੂੰ ਮਾਲਾਕਾਰ ਕਹਿੰਦੇ ਨੇ, ਜਿਹੜਾ ਸੋਹਣੀ ਮਾਲਾ, ਸੋਹਣਾ ਫੁੱਲਾਂ ਦਾ ਹਾਰ ਬਣਾਵੇ।
ਉਸ ਮਾਲਾਕਾਰ ਮਾਲੀ ਨੂੰ ਬੋਧ ਹੋਇਆ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਹਨ ਤੇ ਮੇਰੇ ਬਾਗ ਵਿੱਚ ਉਹਨਾਂ ਨੇ ਚਰਨ ਪਾਏ ਹਨ। ਹਰਖ ਉਦਾਰ ਤੇ ਪਧਾਰ ਮਿਲਿਓ ਜਾਏ ਕੈ। ਉਹਦਾ ਮਨ ਬੜਾ ਪ੍ਰਸੰਨਤਾ ਨਾਲ ਭਰ ਗਿਆ ਬਈ ਅੱਜ ਬਾਗ ਸਹਿਤ ਮੇਰੇ ਵੀ ਭਾਗ ਜਾਗ ਪਏ। ਇਹਨਾਂ ਦੇ ਭਰਿਆ ਭਰਿਆ ਕਰ ਦਿੰਦੀ ਤੇ ਸੁੱਕੇ ਸੜੇ ਬਾਗ ਹੀ ਹਰੇ ਭਰੇ ਨਹੀਂ ਕਰਦੀ। ਇਹਨਾਂ ਦੀ ਚਰਨ ਸੋਹ ਤੇ ਸੁੱਕੇ ਸੜੇ ਭਾਗ ਵੀ ਹਰੇ ਭਰੇ ਕਰ ਦਿੰਦੀ। ਇਹ ਵਿਚਾਰ ਕੇ ਦੌੜ ਕੇ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਇਆ ਹੈ। ਪਾਵਨ ਅਨੂਪ ਮਹਾ ਸੁੰਦਰ ਸਰੂਪ ਹੈਰ। ਇਹ ਮਹਾਨ ਪਾਵਨਤਾ ਦੀ ਪਵਿੱਤਰਤਾ ਦੀ ਮੂਰਤ ਬਾਲ ਗੋਬਿੰਦ ਰਾਏ ਸਤਿਗੁਰੂ ਜੀ ਦਾ ਕੁਮਤਾਂ ਦਾ ਖੂਬਸੂਰਤ ਦੀਦਾਰ ਕਰਕੇ ਹਾਥ ਜੋਰ ਬੰਦਨਾ ਕਰੀ ਹੈ ਸੀਸ ਨਿਆਏ ਕੈ। ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ ਹੈ ਇਸਨੇ। ਬਾਗ ਕੇ ਰਸਾਲ ਫਲ ਫੂਲਨ ਕੀ ਮਾਲਾ ਕਲ। ਜਿਹੜੇ ਇਹਦੇ ਬਾਗ ਵਿੱਚ ਮਿੱਠੇ ਮਿੱਠੇ ਫਲ ਸਨ ਨਾ, ਮਾਲੀ ਨੂੰ ਪਤਾ ਹੁੰਦਾ ਹੈ ਬਈ ਕਿਹੜੇ ਦਰਖਤ ਦੇ ਫਲ ਮਿੱਠੇ ਨੇ ਕਿਹੜੇ ਦੇ ਖੱਟੇ ਨੇ। ਮਾਲੀ ਨੂੰ ਪਤਾ ਹੁੰਦਾ ਜੈਸੇ ਸਬਰੀ ਭੀਲਣੀ ਨੂੰ ਪਤਾ ਸੀ ਵੀ ਕਿਹੜੇ ਮਲੇ ਦੇ ਬੇਰ ਮਿੱਠੇ ਨੇ ਕਿਹੜੇ ਦੇ ਖੱਟੇ ਨੇ, ਤੇ ਇਹਦੇ ਬਾਵਜੂਦ ਵੀ ਉਹਨੇ ਚੱਕ ਚੱਕ ਕੇ ਇੱਕ ਛਿੱਕੂ 'ਚ ਪਾ ਕੇ ਰੱਖੇ ਹੋਏ ਸਨ ਇੱਕ ਟੋਕਰੀ ਵਿੱਚ, ਜੋ ਖਜੂਰ ਦੇ ਪੱਠਿਆਂ ਨਾਲ ਬਣੀ ਹੁੰਦੀ ਹੈ, ਖੱਗਿਆਂ ਨਾਲ। ਉਹਨੂੰ ਸਾਡੀ ਆਮ ਪਿੰਡਾਂ ਦੀ ਭਾਸ਼ਾ 'ਚ ਛਿੱਕੂ ਕਹਿ ਦਿੰਦੇ। ਉਹਨੂੰ ਪਤਾ ਸੀ ਬਈ ਮਿੱਠੇ ਕਿਹੜੇ ਨੇ, ਰੋਜ਼ ਉੱਥੇ ਰਹਿੰਦੀ ਸੀ, ਰੋਜ਼ ਫਲ ਖਾਂਦੀ ਸੀ ਤੇ ਸ੍ਰੀ ਰਾਮ ਦੇ ਅੱਗੇ ਪਰੋਸੇ ਆਖਿਆ, ਭਗਵਾਨ ਮੇਰੇ ਕੋਲ ਇਹੀ ਹੈ, ਇਹ ਵੀ ਮੇਰਾ ਨਹੀਂ ਹੈ, ਇਹ ਵੀ ਤੇਰੇ ਬਾਗ ਦਾ ਹੀ ਹੈਗਾ, ਤੇਰੀ ਵਨਸਪਤੀ ਦਾ ਹੀ ਫਲ ਹੈਗਾ, ਤੇ ਨਾਲੇ ਮੈਨੂੰ ਇਹ ਵੀ ਨਹੀਂ ਪਤਾ ਬਈ ਇਹਦਾ ਆਕਾਰ ਕੀ ਹੈ, ਇਹਦਾ ਸਵਾਦ ਕੀ ਹੈ, ਇਹਦੀ ਤਾਕਤ ਕੀ ਹੈ, ਕਿਉਂਕਿ ਮੈਂ ਇਹਨਾਂ ਨੂੰ ਨਹੀਂ ਬਣਾਇਆ, ਇਹਨਾਂ ਨੂੰ ਤੁਸੀਂ ਹੀ ਬਣਾਇਆ ਤੇ ਤੁਹਾਨੂੰ ਹੀ ਪਤਾ ਹੈ ਇਹਦਾ ਸੁਭਾਅ, ਇਹਦੀ ਤਾਸੀਰ ਕੀ ਹੈ। ਇਸ ਤਰ੍ਹਾਂ ਇਸ ਮਾਲੀ ਨੇ ਬਹੁਤ ਸੋਹਣੇ ਸੋਹਣੇ ਮਿੱਠੇ ਮਿੱਠੇ ਬੂਟਿਆਂ ਦੇ ਫਲ ਤੋੜ ਕੇ ਤੇ ਖੂਬਸੂਰਤ ਵੱਡੇ ਵੱਡੇ ਖਿਲੇ ਖਿਲੇ ਫੁੱਲਾਂ ਦੀ ਮਾਲਾ ਬਣਾ ਕੇ ਡਾਲੀ ਕੇ ਵਿਸਾਲ ਹੀ ਬਣਾਏ ਤਰੀ ਲਿਆਏ ਕੈ। ਔਰ ਇੱਕ ਡਾਲੀ ਬਣਾ ਲਈ ਇਹਨੇ ਫਲਾਂ ਦੀ। ਡਾਲੀ ਕਹਿੰਦੇ ਨੇ ਟੋਕਰੀ ਨੂੰ। ਤੁਸੀਂ ਆਮ ਵੇਖਿਆ ਹੋਵੇਗਾ ਮਨੁੱਖ ਕਿਤੇ ਖਾਸ ਜਗ੍ਹਾ ਜਾਵਣ ਤੇ ਇੱਕ ਸੋਹਣੀ ਟੋਕਰੀ ਬਣਾ ਕੇ ਫਲਾਂ ਦੀ ਲੈ ਜਾਂਦੇ ਨੇ। ਫਲ ਫਰੋਸ਼ਾਂ ਕੋਲ ਹੀ ਟੋਕਰੀ ਵੀ ਮਿਲ ਜਾਂਦੀ ਤੇ ਫਿਰ ਉਹ ਤਰ੍ਹਾਂ ਤਰ੍ਹਾਂ ਨਾਲ ਜੋ ਜੋ ਗਾਹਕ ਕਹੇ ਵੀ ਹੈ ਸੇਬ ਇੰਨੇ ਪਾ ਦੇ, ਇਹ ਫਲ ਇੰਨਾ ਪਾ ਦੇ, ਤੇ ਫਿਰ ਉਸ ਤਰ੍ਹਾਂ ਉਹ ਟੋਕਰੀ ਨੂੰ ਚਿਣ ਚਿਣ ਕੇ ਨਾ ਬੜਾ ਖੂਬਸੂਰਤ ਇੱਕ ਗਿਫਟ ਜਿਹੜਾ ਉਹ ਬਣਾ ਦਿੰਦਾ ਹੈ, ਇੱਕ ਤੋਹਫਾ ਬਣਾ ਦਿੰਦਾ ਹੈ। ਇਸ ਤਰ੍ਹਾਂ ਮਾਲੀ ਨੇ ਬਹੁਤ ਸੋਹਣੀ ਡਾਲੀ ਟੋਕਰੀ ਸਜਾ ਕੇ ਫਲਾਂ ਦੀ ਲਿਆ ਕੇ ਮਹਾ ਗੁਣ ਗਾਏ ਕੈ ਬਿਲੋ ਕੈ ਨੈਣ ਲਾਏ ਕੈ। ਮਹਾ ਗੁਣਾਂ ਦੇ ਮਹਾ ਸਾਗਰ ਗੁਰੂ ਪਾਤਸ਼ਾਹ ਜੀ ਦੇ ਮਹਾ ਗੁਣਾਂ ਨੂੰ ਚਿਤਾਰਦਾ ਹੋਇਆ ਗਾਉਂਦਾ ਹੋਇਆ ਮਹਾ ਗੁਣ ਗਾਏ ਕੈ ਬਿਲੋ ਕੈ ਨੈਣ ਲਾਏ ਕੈ। ਤੇ ਅੱਖਾਂ ਝਪਕ ਨਹੀਂ ਰਿਹਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਦੀਦਾਰ ਇੱਕ ਟਕ ਕਰੀ ਜਾਂਦਾ ਤੇ ਰਸਨਾ ਤੋਂ ਬੋਲ ਨਹੀਂ ਨਿਕਲਦਾ ਪਿਆ।
ਆਪ ਹੁਣ ਸੁਣਦੇ ਪਏ ਹੋ ਨਾ, ਦੇਖ ਵੀ ਰਹੇ ਹੋ ਵੀ ਇਤਨਾ ਹਾਲ ਭਰਿਆ ਹੋਇਆ ਤੇ ਕੋਈ ਆਵਾਜ਼ ਨਹੀਂ ਹੈ ਕਿਸੇ ਤਰ੍ਹਾਂ ਦੀ। ਮੈਨੂੰ ਕੱਲ੍ਹ ਹੀ ਇੱਕ ਸੱਜਣ ਕਹਿ ਰਹੇ ਸਨ ਵੀ ਜਦ ਤੁਸੀਂ ਪ੍ਰਵਚਨ ਕਰਦੇ ਹੋ, ਕਥਾ ਕਰਦੇ ਹੋ ਤੇ ਪਿਨ ਡ੍ਰੌਪ ਸਾਇਲੈਂਸ ਬਣ ਜਾਂਦੀ ਹੈ, ਕੋਈ ਆਵਾਜ਼ ਨਹੀਂ ਆਉਂਦੀ, ਕਾਰਨ ਕੀ ਹੈ? ਮੈਂ ਕਿਹਾ ਮੈਨੂੰ ਇਸ ਕਾਰਨ ਦਾ ਨਹੀਂ ਪਤਾ, ਇਹਦੇ ਵਿੱਚ ਮੇਰਾ ਕੋਈ ਕਾਰਨ ਨਹੀਂ ਹੈ। ਅਸਲ ਗੱਲ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਇਤਿਹਾਸ ਵਿਚਾਰ ਰਾਹੀਂ ਦੀਦਾਰ ਕਰਦਿਆਂ ਸੰਗਤ ਖੋ ਇੰਨੀ ਜਾਂਦੀ ਹੈ, ਜੁੜ ਇੰਨੀ ਜਾਂਦੀ ਹੈ, ਲੀਨ ਹੋ ਜਾਂਦੀ ਹੈ ਕਿ ਉਹਨਾਂ ਨੂੰ ਕੋਈ ਗੱਲ ਕਰਨ ਦਾ ਖਿਆਲ ਤੱਕ ਹੀ ਨਹੀਂ ਆਉਂਦਾ। ਇਸ ਤਰ੍ਹਾਂ ਹੋ ਜਾਂਦਾ ਹੈ ਕਈ ਦਫਾ, ਅਸੀਂ ਕਹਿੰਦੇ ਹਾਂ ਲੈ ਫਲਾਣੇ ਦਾ ਤਾਂ ਮੂੰਹ ਅੱਡਿਆ ਹੀ ਰਹਿ ਗਿਆ, ਅਵਾਕ ਹੋ ਗਿਆ, ਬੋਲ ਨਹੀਂ ਸਕਿਆ, ਅੱਖਾਂ ਖੁੱਲੀਆਂ ਹੀ ਰਹਿ ਗਈਆਂ, ਬੋਲ ਨਹੀਂ ਨਿਕਲਿਆ, ਉਹ ਲੀਨ ਇਤਨਾ ਹੋ ਗਿਆ, ਗੁਆਚ ਇਤਨਾ ਗਿਆ। ਤੇ ਅੱਜ ਮਾਲੀ ਵੀ ਸੰਸਾਰ ਦੇ ਇਸ ਚਮਨ ਨੂੰ ਸਜਾਉਣ ਵਾਲੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰਕੇ ਤੇ ਨੈਣ ਲਾ ਕੇ ਦੇਖਦਾ ਹੀ ਰਹਿ ਗਿਆ ਤੇ ਮੂੰਹ ਸ਼ਬਦ ਕੋਈ ਨਹੀਂ ਨਿਕਲ ਰਿਹਾ। ਇਸ ਤਰ੍ਹਾਂ ਸਾਹਿਬ ਜੀ ਦੇ ਪਾਵਨ ਪਵਿੱਤਰ ਨੂਰਾਨੀ ਮੁਖੜੇ ਦੇ ਦੀਦਾਰ ਦੀ ਝਲਕ ਵਿੱਚ ਖੋਇਆ ਹੋਇਆ ਹੈ। ਰਹਿਓ ਬਿਸਮ ਪਾਇਕ ਸੁਮਨ ਬੀਰ ਮਾਇਕ, ਮਨ ਵਿੱਚ ਬੜਾ ਆਨੰਦਿਤ ਹੋ ਰਿਹਾ, ਬਹੁਤ ਵਿਸਮਾਦਿਤ ਹੋ ਰਿਹਾ ਹੈ। ਮਾਤੁਲ ਕਿਰਪਾਲ ਨੇ ਦਰਵ ਦਿਨ ਮਾਲੀ ਕਰ, ਮਾਮਾ ਕਿਰਪਾਲ ਚੰਦ ਜੀ ਨੇ ਦੇਖਿਆ ਬਈ ਮਿੱਠੇ ਮਿੱਠੇ ਖੁਸ਼ਬੂਦਾਰ ਫਲਾਂ ਦਾ ਟੋਕਰਾ ਸਜਾ ਕੇ ਲਿਆਇਆ, ਤੇ ਸੋਹਣੇ ਸੋਹਣੇ ਪੂਰੇ ਖਿਲੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਲਿਆਇਆ, ਤੇ ਆਪਣੀ ਜੇਬ 'ਚ ਧੰਨ ਧੰਨ ਮਾਮਾ ਕਿਰਪਾਲ ਚੰਦ ਜੀ ਨੇ ਹੱਥ ਪਾਇਆ ਤੇ ਜਿਤਨੇ ਪੈਸੇ ਨਿਕਲੇ ਸਾਰੇ ਮਾਲੀ ਦੀ ਝੋਲੀ 'ਚ ਪਾ ਦਿੱਤੇ। ਆਖਿਆ ਲਓ ਤੁਸੀਂ ਬੜਾ ਸਤਿਕਾਰ ਕੀਤਾ ਹੈ, ਉਹ ਸਾਰਾ ਕੁਝ ਮਾਲੀ ਨੂੰ ਧਨ ਦਿੱਤਾ। ਮਾਲਾ ਕੋ ਚਾਹੇ ਗੁਰੂ ਘਰ ਪਹਿਰਾਏ ਕੈ, ਜਦ ਉਸਦੇ ਝੋਲੀ ਉਸਦੀ ਜੇਬ ਨੂੰ ਸਪਰਸ਼ ਹੋਇਆ ਤਾਂ ਉਹਨੂੰ ਹੋਸ਼ ਆਈ ਵੀ ਮੈਂ ਤਾਂ ਦੇਖੀ ਜਾ ਰਿਹਾ, ਤੇ ਮਾਲਾ ਪਹਿਨਾ ਹੀ ਨਹੀਂ ਰਿਹਾ। ਫਿਰ ਦੋਵੇਂ ਹੱਥ ਉੱਚੇ ਕਰਕੇ ਉਸਨੇ ਸਿਰ ਝੁਕਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗਲ ਵਿੱਚ ਮਾਲਾ ਪਾ ਦਿੱਤੀ, ਤੇ ਮਹਾਰਾਜ ਜੀ ਨੇ ਵੀ ਸਿਰ ਝੁਕਾ ਕੇ ਮਾਲਾ ਪਾ ਲਈ। ਸਾਧ ਸੰਗਤ ਤੇ ਸਾਡਾ ਕੁਦਰਤੀ ਸੁਭਾਅ ਹੈ, ਜਦ ਕੋਈ ਹਾਰ ਪਹਿਨਾਉਂਦਾ ਕਿਸੇ ਨੂੰ ਅਗਲੇ ਦਾ ਸਿਰ ਝੁਕ ਜਾਂਦਾ। ਮਤਲਬ ਇਹ ਹੈ ਕਿ ਹਾਰ ਪਹਿਨਾਉਣ ਵਾਲਾ ਤੇ ਸਨਮਾਨ ਕਰ ਰਿਹਾ ਹੈ, ਤੇ ਜਿਹੜਾ ਹਾਰ ਪਹਿਨਣ ਵਾਲਾ ਹੈ ਨਾ, ਉਹ ਉਹਦੇ ਵੱਲੋਂ ਦਿੱਤੇ ਹੋਏ ਸਨਮਾਨ ਦਾ ਸਨਮਾਨ ਕਰ ਰਿਹਾ, ਉਹ ਵੀ ਸਿਰ ਝੁਕਾ ਕੇ ਉਸ ਸਨਮਾਨ ਨੂੰ ਪ੍ਰਵਾਨ ਕਰ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਉਹਦੇ ਸਨਮਾਨ ਦਾ ਸਨਮਾਨ ਕਰਦਿਆਂ ਆਪਣੇ ਗਲ ਵਿੱਚ ਮਾਲਾ ਪਾ ਲਈ ਹੈ। ਬਾਲਕ ਬੁਲਾਏ ਫਲ ਸਗਰੇ ਲੁਟਾਏ ਤਿਨ, ਮਾਮਾ ਕਿਰਪਾਲ ਚੰਦ ਜੀ ਨੇ ਜਿਹੜਾ ਉਹ ਟੋਕਰਾ ਫਲਾਂ ਦਾ ਮਾਲੀ ਭਰ ਕੇ ਲਿਆਇਆ ਸੀ, ਜਦ ਜੇਬ ਵਿੱਚ ਧਨ ਪਾਇਆ ਤੇ ਉਹਦੇ ਨੇਤਰਾਂ ਵਿੱਚ ਜਲ ਆ ਗਿਆ। ਆਖਿਆ ਨਹੀਂ, ਅੱਜ ਤਾਂ ਮੈਨੂੰ ਉਹ ਧਨ ਮਿਲਿਆ ਹੈ ਜਿਸ ਧਨ ਵਰਗਾ ਧਨ ਦੁਨੀਆ 'ਚ ਕੋਈ ਨਹੀਂ ਹੈ। ਮੈਨੂੰ ਤਾਂ ਅਮਰ ਕਰ ਦਿੱਤਾ। ਮਾਮਾ ਕਿਰਪਾਲ ਚੰਦ ਕਹਿਣ ਲੱਗੇ ਉਹ ਧਨ ਵੀ ਗੁਰੂ ਨੇ ਤੈਨੂੰ ਦਿੱਤਾ ਤੇ ਇਹ ਧਨ ਵੀ ਆਪਣੇ ਕੋਲ ਰੱਖ। ਸਾਧ ਸੰਗਤ, ਗੁਰੂ ਆਪਣੇ ਸਿੱਖਾਂ ਨੂੰ ਕੰਗਾਲ ਨਹੀਂ ਰਹਿਣ ਦਿੰਦਾ, ਤੇ ਜਿਹੜਾ ਸਿੱਖ ਹੋ ਕੇ ਕੰਗਾਲ ਹੈ, ਮੰਦਹਾਲ ਹੈ,
ਉਹਦਾ ਸਿੱਧਾ ਸਿੱਧਾ ਜਿਹਾ ਮਤਲਬ ਇਹ ਹੈ, ਅੰਮ੍ਰਿਤ ਵੇਲੇ ਨਹੀਂ ਜਾਗਦਾ, ਮਹਾਮੰਤਰ ਗੁਰਮੰਤਰ ਦਾ ਜਾਪ ਨਹੀਂ ਕਰਦਾ, ਇਹ ਗੁਰੂ ਬਖਸ਼ੀਆਂ ਬਾਣੀਆਂ ਦਾ ਨਿਤਨੇਮੀ ਨਹੀਂ ਹੈ, ਤਾਂ ਇਹ ਕੰਗਾਲੀ ਵਿੱਚ ਆਪਣਾ ਜੀਵਨ ਗਰਕ ਕਰਦਾ ਪਿਆ। ਕਹਿਣ ਦੀ ਗੱਲ ਨਹੀਂ ਹੈ, ਸ਼ੁਰੂ ਕਰਕੇ ਦੇਖ ਲਓ। ਜਿਨ੍ਹਾਂ ਨੇ ਨਹੀਂ ਕੀਤਾ ਉਹ ਸ਼ੁਰੂ ਕਰਕੇ ਦੇਖ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਆਏ ਹੋ ਤੇ ਮਹਾਰਾਜ ਜੀ ਦੇ ਘਰ ਵੱਖ-ਵੱਖ ਭੇਟਾਵਾਂ, ਛੋਟੇ ਵੱਡੇ ਤੋਹਫੇ ਲੈ ਕੇ ਆਏ ਹੋ, ਤੇ ਇਹ ਨਿਤਨੇਮ ਦਾ ਤੋਹਫਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਆਪਣੀ ਝੋਲੀ 'ਚ ਪਵਾ ਕੇ ਜਾਓ। ਉਹ ਧਨ ਤਾਂ ਮਿਲਿਆ ਹੀ, ਸਨਮਾਨ ਤਾਂ ਮਿਲਿਆ ਹੀ, ਤੇ ਸਾਧ ਸੰਗਤ ਤੇ ਮਾਲੀ ਵੀ ਅਮਰ ਹੋ ਗਿਆ। ਹੁਣ ਜਿੰਨੀ ਵਾਰੀ ਸੰਸਾਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਕਥਾ ਪੜ੍ਹਨ ਨੂੰ ਸੁਣਨ ਨੂੰ ਮਿਲੇਗੀ, ਨਾਲ ਮਾਲੀ ਦਾ ਵੀ ਜ਼ਿਕਰ ਹੋਵੇਗਾ। ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਧਨ ਵੀ ਰੱਖ। ਸਾਰੇ ਬੱਚੇ ਜਿਹੜੇ ਇੱਧਰ ਉੱਧਰ ਖੇਲ ਰਹੇ ਸਨ, ਸਭ ਨੂੰ ਆਵਾਜ਼ ਦਿੱਤੀ, ਆਖਿਆ ਸਾਰੇ ਫਲ ਲੁੱਟ ਲਵੋ। ਲੁੱਟ ਹੁੰਦੀ ਹੈ ਜਿਹਦਾ ਦੇਣਾ ਨਾ ਕੁਛ ਵੀ ਪਵੇ, ਉਹ ਸੌਦਾ ਨਹੀਂ ਹੁੰਦਾ, ਉਹ ਲੁੱਟ ਹੁੰਦੀ ਹੈ। ਕਬੀਰ ਕਹਿੰਦੇ ਨਾਮ ਦੀ ਵੀ ਲੁੱਟ ਹੈਗੀ ਹੈ। ਇਹ ਸਾਹਮਣੇ ਲਾਡਲੀਆਂ ਫੌਜਾਂ ਬੈਠੀਆਂ, ਨਿਹੰਗ ਸਿੰਘ ਜੀ ਬੈਠੇ ਹੋਏ ਨੇ। ਜਦ ਮੈਂ ਲੁੱਟਣ ਦੀ ਗੱਲ ਕੀਤੀ ਤੇ ਹੱਸ ਪਏ ਨੇ, ਇਹਨਾਂ ਨੂੰ ਪਤਾ ਵੀ ਇਹਦਾ ਮਤਲਬ ਕੀ ਹੈ। ਲੰਗਰ ਬਣਦਾ, ਕਹਿੰਦੇ ਫੌਜੋ ਲੁੱਟ ਲਓ, ਭਾਵ ਦੇਣਾ ਕੁਝ ਨਹੀਂ, ਉਹਦੇ ਬਦਲੇ ਵਿੱਚ ਸੌਦਾ ਨਹੀਂ ਹੈ। ਕਬੀਰ ਕਹਿੰਦੇ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਲੁੱਟ ਦੇ ਮੁੱਲ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ 'ਚ ਪਹਿਲੀ ਵਾਰੀ ਸੁਣਾਈ ਪਿਆ ਮਾਮਾ ਕਿਰਪਾਲ ਚੰਦ ਜੀ ਦੀ ਰਚਨਾ ਤੋਂ। ਸਾਰੇ ਬੱਚਿਆਂ ਨੂੰ ਆਵਾਜ਼ ਦਿੱਤੀ, ਆਖਿਆ ਬੱਚਿਓ ਇਹ ਫਲ ਲੁੱਟ ਲਓ ਸਾਰੇ। ਤੇ ਸਾਰੇ ਦੌੜ ਕੇ ਫਲ ਲੁੱਟਣ ਵਾਸਤੇ ਆ ਗਏ ਹਨ। ਲੁਟਤ ਬਿਲੋਕਤ ਪ੍ਰਸੰਨਤਾ ਵਧਾਈ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਉਂ-ਜਿਉਂ ਬੱਚੇ ਲੈਂਦੇ ਜਾ ਰਹੇ ਨੇ, ਲੁੱਟਦੇ ਜਾ ਰਹੇ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਪ੍ਰਸੰਨ ਹੁੰਦੇ ਜਾ ਰਹੇ, ਹੋਰ ਮਿਹਰ ਕਰਦੇ ਜਾ ਰਹੇ। ਜਿਵੇਂ ਮਾਂ ਜਿਉਂ-ਜਿਉਂ ਬੱਚਾ ਭੋਜਨ ਕਰਦਾ ਤਿਉਂ-ਤਿਉਂ ਹੋਰ ਖੁਸ਼ ਹੋਈ ਜਾਂਦੀ ਹੈ, ਤੇ ਕਹਿੰਦੀ ਇੱਕ ਪ੍ਰਸ਼ਾਦਾ ਹੋਰ ਸ਼ਕਲ ਹੈ, ਇੱਕ ਬੁਰਕੀ ਹੋਰ ਸ਼ਕਲ ਹੈ, ਉਹਦੀ ਪ੍ਰਸੰਨਤਾ ਦਾ ਠਿਕਾਣਾ ਨਹੀਂ ਰਹਿੰਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਉਂ-ਜਿਉਂ ਇਹ ਬੱਚੇ ਲੁੱਟ ਰਹੇ ਨੇ, ਫਲ ਖਾ ਰਹੇ ਨੇ, ਤੇ ਮਹਾਰਾਜ ਪ੍ਰਸੰਨ ਹੋ ਕੇ ਮੁਸਕਰਾ ਰਹੇ ਹਨ। ਬਿਕਸੈ ਬਦਨ ਬਰ ਸੁਖਮ ਸਦਨ ਹੂੰ ਤੇ। ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਂਦੇ ਪਏ। ਬੜਾ ਆਨੰਦਮਈ ਮਾਹੌਲ ਬਣਿਆ। ਸ਼ੋਭਾ ਦੇ ਘਰ ਮੁਖੜੇ ਤੇ ਬੜੀ ਪ੍ਰਸੰਨਤਾ ਬਰਸ ਰਹੀ ਹੈ। रुदन सुंदर रदन कुंद, सुंदर रदन कुंद बिसदत पाई है। और इस तरह दे नाल सुंदर महाराज जी दे दंद हन बहुत सुंदर, जिवें मर्तबान शीशे विच रंग भरिया हुंदा है ना। तुसीं पेपर वेट देखिया होवेगा, दफ्तरां विच पिया हुंदा है गोल जिहा, उहदे विच सोहणे सोहणे फुੱਲ बनाए हुंदे, ਉਹ कदी मैले नहीं हुंदे। ਮਾੜਾ ਜਿਹਾ ਉੱਪਰੋਂ ਸਾਫ਼ ਕਰੋ ਤੇ ਉਹ ਹੁਣ ਐਂ ਚਮਕਦੇ ਜਿਵੇਂ ਹੁਣੇ ਨਵਾਂ ਰੰਗ ਪਾਇਆ। ਇਸ ਤਰ੍ਹਾਂ ਮਹਾਰਾਜ ਜੀ ਦੇ ਪਾਵਨ ਦੰਦ ਮਰਤਬਾਨ ਵਾਂਗੂ ਚਮਕ ਰਹੇ ਹਨ। ਚਾਰੋਂ ਚਾਰ ਬਾਗ ਚਾਤੁਰੀ ਸੁਭਾਗ ਜੁਤ। ਇਸ ਤਰ੍ਹਾਂ ਚਾਰੋਂ ਪਾਸੇ ਸੋਹਣਾ ਬਾਗ ਖਿਲਿਆ ਹੋਇਆ ਹੈ ਤੇ ਸਾਰਿਆਂ ਦਾ ਅੱਜ ਸੁਭਾਗ ਬਣਿਆ ਹੋਇਆ ਹੈ। अनुराग कर महा छब छाई है। महाराज सच्चे पातशाह जी भी प्रेम नाल सारिਆਂ ਨੂੰ देख रहे हैं। माली समेत मामा किरपाल चंद जियां समेत बालकां समेत
ਸਾਰੇ ਪ੍ਰਸੰਨਤਾ ਨਾਲ ਮਹਾਰਾਜ ਜੀ ਦਾ ਚੰਨ ਮੁਖੜਾ ਦੇਖ ਰਹੇ ਹਨ। और नाना पात साथ क्रीड़ा कीन प्रभु नाथ। ਤਰ੍ਹਾਂ ਤਰ੍ਹਾਂ ਨਾਲ ਖੇਲ ਖੇਲੇ ਗਏ ਨੇ। ਅੱਜ ਬਾਗ ਵਿੱਚ ਪਹਿਲੇ ਦਿਨ ਭਾਗ ਲਾਏ ਨੇ ਤੇ ਭਾਗ ਜਗਾਏ ਹਨ ਤੇ ਕਈ ਤਰ੍ਹਾਂ ਦੇ ਖੇਲ, ਪਾਣੀ ਇੱਕ ਦੂਜੇ ਤੇ ਝਟ ਕੇ ਪਾਣੀ ਉਲੀਚਦੇ ਪਏ ਨੇ ਇੱਕ ਦੂਜੇ ਤੇ। ਕਿਧਰੇ ਬਾਲਕ ਪੱਤੇ ਆਪਣੇ ਹੱਥ ਤੇ ਰੱਖ ਕੇ ਤੇ ਦੂਜਾ ਹੱਥ ਉੱਪਰੋਂ ਮਾਰਦੇ ਨੇ ਤੇ ਪੱਤੇ ਦੀ ਆਵਾਜ਼ ਆਉਂਦੀ ਹੈ। ਕਿਧਰੇ ਪੱਤਿਆਂ ਨੂੰ ਗੋਲ ਗੋਲ ਵੱਟ ਕੇ ਤੇ ਵਿੱਚ ਫੂਕ ਮਾਰ ਕੇ ਤੇ ਵਾਜੇ ਵਰਗੀ ਆਵਾਜ਼ ਕੱਢਦੇ ਨੇ। ਪੀਪਣੀਆਂ ਬਣਾ ਕੇ ਚਲਾਉਂਦੇ ਨੇ। ਕਿਧਰੇ ਦੌੜਦੇ ਨੇ, ਕਿਧਰੇ ਬੈਠਦੇ ਨੇ, ਕਿਧਰੇ ਖੜੇ ਹੁੰਦੇ ਨੇ। ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਤਰ੍ਹਾਂ ਦੇ ਖੇਲ ਖੇਲ ਰਹੇ ਹਨ। ਪਲਾਵਤੀ ਪਲਾਏ ਚਲੇ ਪਾਏ ਤੇ। ਔਰ ਇਸ ਤਰ੍ਹਾਂ ਦੇ ਨਾਲ ਬਾਲਕ ਪਲਾਵਤੇ ਪਲਾਏ ਚੱਲੇ ਪਾਏ ਤੇ। ਬੱਚੇ ਕੁਝ ਦੌੜ ਜਾਂਦੇ ਨੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੌੜ ਕੇ ਉਹਨਾਂ ਨੂੰ ਫੜ ਲੈਂਦੇ ਨੇ। ਇਹਦਾ ਵੀ ਇੱਕ ਬੜਾ ਮਤਲਬ ਵੱਡਾ ਹੈ। ਸਤਿਗੁਰੂ ਇੱਕ ਇਸ਼ਾਰਾ ਕਰ ਰਹੇ ਨੇ ਕਿ ਜਿਹੜਾ ਇੱਕ ਵਾਰੀ ਮੇਰਾ ਹੋ ਜਾਂਦਾ ਹੈ ਨਾ, ਉਹ ਭਾਵੇਂ ਦੌੜਨ ਲੱਗੇ ਮੈਂ ਦੌੜ ਨਹੀਂ ਦਿੰਦਾ ਤੇ ਫੜ ਕੇ ਫਿਰ ਆਪਣੇ ਕੋਲ ਹੀ ਲੈ ਆਉਂਦਾ। ਆ ਬੜੇ ਨੇ ਜਿਹੜੇ ਦੌੜ ਜਾਂਦੇ ਨੇ ਬਈ ਦੂਜੇ ਥਾਵਾਂ ਤੇ ਪਹੁੰਚ ਗਏ, ਕਿਸੇ ਹੋਰ ਨੂੰ ਜਾ ਸਿਰ ਝੁਕਾਇਆ ਮਹਾਰਾਜ, ਫਿਰ ਕੋਈ ਕੌਤਕ ਦਿਖਾ ਕੇ ਫਿਰ ਲੈ ਆਉਂਦੇ ਨੇ, ਫਿਰ ਕੋਈ ਕਥਾ ਸੁਣਾ ਕੇ ਫਿਰ ਲੈ ਆਉਂਦੇ ਨੇ। ਵੀ ਜਾਣ ਨਹੀਂ ਦਿੰਦੇ ਜਿਹੜਾ ਗੁਰੂ ਕੋਲ ਆ ਜਾਏ, ਕਿਉਂਕਿ ਸਤਿਗੁਰੂ ਸਿੱਖ ਨੂੰ ਨਿਵਾਜਦੇ ਹੀ ਇਹਨਾਂ ਨੇ, ਪਿਆਰ ਹੀ ਇੰਨਾ ਕਰਦੇ ਹਨ। ਖੇਲੇ ਹੋਲ ਸਾਏ ਕਹੂੰ ਬੈਠੇ ਜਲ ਥਾਏ ਕਹੂੰ। ਔਰ ਇਸ ਤਰ੍ਹਾਂ ਦੇ ਨਾਲ ਕਿਧਰੇ ਖੇਲਦੇ ਨੇ, ਬੜੇ ਚਾਅ ਵਿੱਚ ਆ ਕੇ ਕਿਤੇ ਬਹਿ ਜਾਂਦੇ ਨੇ ਪਾਣੀ ਦੇ ਲਾਗੇ। ਚਲਤ ਫੁਹਾਰੇ ਕਹੂੰ ਸੋਹੈ ਸਮੁਦਾਏ ਤੇ ਤੇ। ਕਿਧਰੇ ਪਾਣੀ ਦੇ ਫੁਹਾਰੇ ਚੱਲਦੇ ਪਏ ਨੇ, ਉਹਨਾਂ ਦੇ ਕੋਲ ਮਹਾਰਾਜ ਬਿਰਾਜਦੇ ਹਨ। ਪਾਨ ਪਗ ਪੰਕਜ ਤੇ ਪਾਣੀ ਰੁਕੇ ਰੱਖੈ ਕਹੂੰ। ਥੋੜਾ ਜਿਹਾ ਪਾਣੀ ਕਿਧਰੇ ਚੱਲਦਾ ਨਾ ਤੇ ਪੈਰ ਨਾਲ ਉਹਨੂੰ ਰੋਕ ਦਿੰਦੇ, ਜਿਵੇਂ ਡੈਮ ਬਣਾ ਦੇਈਦਾ ਨਾ ਪਾਣੀ ਇਕੱਠਾ ਕਰਨ ਵਾਸਤੇ। ਤੇ ਕਿਧਰੇ ਬੱਚੇ ਹੱਥ ਨਾਲ ਗਿੱਲੀ ਗਿੱਲੀ ਮਿੱਟੀ ਲਗਾ ਕੇ ਤੇ ਅੱਗੇ ਹੱਥ ਕਰਕੇ ਥੋੜਾ ਜਿਹਾ ਪਾਣੀ ਦਾ ਬਹਾਓ ਉਹਨੂੰ ਰੋਕਦੇ ਹਨ। ਤਕ ਤਰੋਵਰ ਅਰੂਢੈ ਉਤੇ ਲਾਏ ਤੇ। ਤੇ ਕੁਝ ਦੌੜ ਕੇ ਦਰਖਤ ਤੇ ਚੜ ਜਾਂਦੇ, ਫਿਰ ਟਹਿਣੀਆਂ ਰਾਹੀਂ ਲਮਕਦੇ ਨੇ। ਇਸ ਤਰ੍ਹਾਂ ਬੜੇ ਅਗੰਮੀ ਕੌਤਕ ਖੇਡ ਖੇਡ ਰਹੇ ਹਨ। ਹੈ ਬਨ ਨੰਦਨ ਮਨਿੰਦ ਸੂਰੇ ਬ੍ਰਿੰਦ ਸਿਸ। ਬਸ ਇੰਜ ਲੱਗਦਾ ਵੀ ਜਿਵੇਂ ਇੰਦਰ ਦਾ ਬਾਗ ਹੈ ਨਾ, ਜਿਸ ਨੂੰ ਨੰਦਨ ਬਾਗ ਕਹਿੰਦੇ, ਨੰਦਨ ਵਨ ਕਹਿੰਦੇ ਨੇ, ਉਸ ਤਰ੍ਹਾਂ ਦਾ ਇਹ ਬਾਗ ਬਣਿਆ ਹੋਇਆ ਅੱਜ ਸ਼ੋਭਾ ਪਾ ਰਿਹਾ ਹੈ। ਦਰਬਾਲ ਬੈਸ ਬਿਖੈ ਵਿਚੇ ਰਹਿ ਸੁਭਾਏ ਤੇ। ਤਮਾਮ ਬੱਚੇ ਦੇਵਤਿਆਂ ਦੀ ਤਰ੍ਹਾਂ ਨੇ ਤੇ ਉਹਨਾਂ ਦੇਵਤਿਆਂ ਦੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ। ਤਿਉ ਜਵੈ ਇੱਕ ਜਾਮ ਕ੍ਰੀੜੇ ਤੇ ਆਰਾਮ ਬਿਖੈ। ਇਸ ਤਰ੍ਹਾਂ ਇੱਕ ਪਹਿਰ ਲੰਘ ਗਿਆ ਬਾਗ ਵਿੱਚ ਖੇਲਾਂ ਖੇਲਦਿਆਂ, ਕੋਈ ਲਗਭਗ 3 ਘੰਟੇ ਦਾ ਸਮਾਂ ਹੋ ਗਿਆ, ਥੋੜਾ ਨਹੀਂ ਹੁੰਦਾ। ਜਦ ਇਤਨਾ ਸਮਾਂ ਬੀਤ ਗਿਆ ਪਠਿਓ ਦਾਸ ਮਾਤ ਨੇ ਸੁਆਇਓ ਤੇ ਲਾਇਕ। ਤੇ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਨੇ ਮਾਤ ਨਾਨਕੀ ਜੀਆਂ ਨੂੰ ਬੇਨਤੀ ਕੀਤੀ। ਅੱਖਾਂ ਭਰੀਆਂ ਹੋਈਆਂ ਮਾਤਾ ਗੁਜਰੀ ਜੀ ਦੀਆਂ, ਤੇ ਸ੍ਰੀ ਮਾਤ ਨਾਨਕੀ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ, ਪੁੱਤਰ ਕੀ ਗੱਲ ਹੈ, ਕਿਉਂ ਅੱਖਾਂ ਭਰੀਆਂ ਹੋਈਆਂ? ਤੇ ਮਾਤਾ ਗੁਜਰੀ ਸਾਹਿਬ ਕਹਿੰਦੇ ਨੇ, ਮਾਤਾ ਜੀ ਪਹਿਲੀ ਵਾਰੀ ਇੱਕ ਪਹਿਰ ਹੋ ਗਿਆ, ਲਾਲ ਜੀ ਤੋਂ ਵਿਛੜ ਕੇ ਸਾਡਾ ਮਨ ਨਹੀਂ ਲੱਗਦਾ ਪਿਆ, ਤੇ ਕਿਰਪਾ ਕਰੋ ਤੇ ਹੁਣ ਉਹਨਾਂ ਨੂੰ ਬੁਲਾ ਲਵੋ। ਤੇ ਸ੍ਰੀ ਮਾਤ ਨਾਨਕੀ ਜੀ ਨੇ ਆਖਿਆ, ਠੀਕ ਹੈ, ਤੁਹਾਡਾ ਮਨ ਨਹੀਂ ਲੱਗ ਰਿਹਾ ਤੇ ਮੇਰਾ ਮਨ ਵੀ ਨਹੀਂ ਲੱਗ ਰਿਹਾ ਲਾਲ ਜੀ ਤੋਂ ਬਿਨਾਂ। ਮਰਜ਼ੀ ਦੇ ਮਾਲਕ ਨੇ, ਪਰ ਅਸੀਂ ਉਹਨਾਂ ਨੂੰ ਬੇਨਤੀ ਭੇਜਦੇ ਹਾਂ। ਦੇਖੋ ਦਾਦੀ ਮਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਨਮ ਦੇਣ ਵਾਲੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦੀ ਮਾਂ ਉਹ ਵੀ ਕਹਿੰਦੇ ਨੇ ਬੇਨਤੀ ਭੇਜਦੇ ਆ, ਕਿਉਂਕਿ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ, ਅਰਦਾਸ ਬੇਨਤੀ ਹੀ ਹੋ ਸਕਦੀ ਹੈ। ਤੇ ਲਾਗੇ ਖੜੇ ਸੇਵਾਦਾਰ ਨੂੰ ਕਿਹਾ ਜਾਓ ਲਾਲ ਜੀ ਨੂੰ ਜਾ ਕੇ ਸੰਦੇਸ਼ਾ ਦਿਓ ਬਈ ਛੇਤੀ ਆ ਜਾਵਣ। हाथ जोर कहियो हेरे जननी तुम्हारे ਉਹ दिस। ਝਟਪਟ ਬਾਗ ਵਿੱਚ ਦੌੜਦਾ ਹੋਇਆ ਜਾ ਪਹੁੰਚਿਆ ਤੇ ਆਖਿਆ ਜਾ ਕੇ ਹੱਥ ਜੋੜ ਕੇ ਕਿ ਮਹਾਰਾਜ ਜੀ, ਸਾਹਿਬਜ਼ਾਦਾ ਜੀ, ਤੁਹਾਡੀ ਜਨਨੀ ਮਾਂ ਤੁਹਾਨੂੰ ਉਡੀਕਦੇ ਪਏ ਹਨ, ਐਸੇ ਪਾਸੇ ਦੇਖ ਰਹੇ ਹਨ। तीर न तरत रख द्वारे नैन लायक। ਤੇ ਤੁਹਾਡੇ ਤੋਂ ਬਿਨਾਂ ਉਹਨਾਂ ਨੂੰ ਧੀਰਜ ਨਹੀਂ ਬਣਦੀ ਪਈ, ਬਾਰ-ਬਾਰ ਦਰਵਾਜ਼ੇ ਵੱਲ ਦੇਖ ਰਹੇ ਹਨ, ਗਲੀ ਵੱਲ ਦੇਖ ਰਹੇ ਹਨ। बाग देख लीन यार खेले वो विसेख कीन। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਾਗ ਵੀ ਦੇਖ ਲਿਆ ਹੈ ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਵੀ ਖੇਡੀਆਂ ਹਨ। गमनो निकीत अब हरख उपाय ਤੇ ਹੁਣ कै। ਖੁਸ਼ੀ ਨਾਲ ਘਰ ਵਾਪਸ ਚਲੋ। ਦੋਵੇਂ ਮਾਤਾਵਾਂ ਉਡੀਕ ਰਹੀਆਂ ਹਨ। सुन कै कृपाल ने पनियो है सुचिर काल पयो। ਜਦ ਇਹ ਗੱਲ ਸੁਣੀ ਤਾਂ ਪਹਿਲੇ ਤਾਂ ਖੇਲਦਿਆਂ ਨੂੰ ਦੇਖ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਵੀ ਨਹੀਂ ਪਤਾ ਲੱਗਿਆ ਵੀ ਸਮਾਂ ਕਿੰਨਾ ਨਿਕਲ ਗਿਆ। ਤੇ ਜਦ ਸੇਵਕ ਆ ਗਿਆ, ਸੰਦੇਸ਼ਾ ਦਿੱਤਾ, ਤੇ ਸ੍ਰੀ ਮਾਮਾ ਕਿਰਪਾਲ ਚੰਦ ਸਾਹਿਬ ਆਖਣ ਲੱਗੇ ਵਾਕਈ ਲਾਲ ਜੀ ਸਮਾਂ ਬਹੁਤ ਹੋ ਗਿਆ, ਹੁਣ ਚੱਲੀਏ ਵਾਪਸ। चलो बाल बोल ले हो देखे पुणे आए कै। ਸਾਰੇ ਬੱਚਿਆਂ ਨੂੰ ਆਵਾਜ਼ ਦੇਵੋ ਤੇ ਸਾਰੇ ਘਰ ਚੱਲੀਏ। ਹਾਂਜੀ, बाल के हकारे आए मिले गोर तीर सारे। ਜਿਵੇਂ ਇੱਕ ਪੰਛੀ ਆਵਾਜ਼ ਦਿੰਦਾ ਹੈ, ਲਿਊ ਕਾਲ ਕਰਦਾ ਹੈ, ਤੇ ਸਾਰੇ ਪੰਛੀ ਇਕੱਠੇ ਹੋ ਕੇ ਆਲਣਿਆਂ ਵੱਲ ਨੂੰ ਚੱਲ ਪੈਂਦੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਕਾਲ, ਇੱਕ ਆਵਾਜ਼ ਆਈ, ਆਓ ਸਾਰੇ ਘਰ ਚੱਲੀਏ। ਤੇ ਸੱਚ ਜਾਣਨਾ ਇਹ ਆਵਾਜ਼ ਕੇਵਲ ਉਹਨਾਂ ਬਾਲਕਾਂ ਲਈ ਨਹੀਂ ਹੈ, ਇਹ ਆਵਾਜ਼ ਸਾਡੇ ਸਾਰਿਆਂ ਲਈ ਵੀ ਹੈ। ਤੇ ਉਹ ਆਵਾਜ਼ ਸੁਣ ਕੇ ਹੀ ਤੁਸੀਂ ਗੁਰੂ ਦੇ ਘਰ ਆਏ ਹੋ। ਮਹਾਰਾਜ ਨੇ ਆਵਾਜ਼ ਦਿੱਤੀ ਤੇ ਆਪ ਸਾਰੇ ਪਹੁੰਚੇ ਹੋ। ਸਾਹਿਬ ਜੀ ਨੇ ਆਵਾਜ਼ ਦਿੱਤੀ, ਆਖਿਆ आओ सारे चलिए। संग परिवार सुपाधारे कर और को। सारे बच्चियां ने, जो कोई टहनी ते बैठा सी, कोई दरखत ते चढ़िया सी, कोई पानी अगे पैर ला के खड़ा सी, कोई पत्तियां दी आवाजे वजा रहा सी, सारे दौड़ के आके साहिब गुरु गोबिंद सिंह जी नूं घेरा पा लिया, दुआले दुआले हो गए। भूखन रुचर रंग रंग के पहर पट। बड़े सोहने सब ने गहने पाए हुए ने, रंग बिरंगे खूबसूरत बस्तर पाए हुए हैं। वो चले मंद को दिखावते हैं दौर को। कोई हौली चल रहा है तो कोई तेज दौड़दा जा रहा। बच्चों का सुभाव होंदा, कुछ हौली हौली चलते ने, कुछ मीडियम चाल चलते ने, कुछ दौड़ ही पैंदे ने। इस तरह कुछ हौली चल रहे ने, कुछ दौड़ रहे हैं। वो फूल शीस तर पातन बजावे कर। कोई फुल लैके अपने सिर ते रखी बैठा है, केसां विच फसाए हुए ने, मानो अपने आप नूं किसी रियासत दा बादशाह समझदे पए ने, ताज लगे होया। ते साध संगत किसी बादशाह नालों घट भी नहीं है। एक तो उम्र ही बादशाही है, ते दूजा शहनशाहां दे शहनशाह गुरु गोबिंद सिंह महाराज दे बाल सखाई ने, ते उन्हां दे नाल खेडदे पए ने। ये किसी बादशाही नालों घट है? साध संगत बादशाहियां तां गुरु दे कदमां दी खाक विच रुलदियां। थोड़ा जयकारा जे वड्डा बुला दिओ ते आनंद भी वड्डा हो जाए।
ਇਸ ਤਰ੍ਹਾਂ ਆਨੰਦ ਬਣਿਆ ਹੋਇਆ ਤੇ ਜੈ ਜੈਕਾਰ ਹੋ ਰਹੀ ਹੈ। बोलत परस पर जात कर सोर को। ਇਸ ਤਰ੍ਹਾਂ ਦੇ ਨਾਲ ਪਰਸਪਰ ਗੱਲਾਂ ਕਰਦੇ ਹੋਏ ਕੋਈ ਦੌੜ ਕੇ ਮਹਾਰਾਜ ਜੀ ਦੇ ਲਾਗੇ ਹੁੰਦਾ ਤੇ ਦੂਜਾ ਬਾਂਹ ਖਿੱਚ ਕੇ ਉਹਨੂੰ ਪਰੇ ਕਰ ਦਿੰਦਾ, ਮੈਨੂੰ ਲਾਗੇ ਹੋਣ ਦੇ। ਤੂੰ ਘਰੋਂ ਆਉਂਦਿਆਂ ਵੀ ਤੂੰ ਹੀ ਅੱਗੇ ਅੱਗੇ ਫਿਰਦਾ ਰਿਹਾ, ਹੁਣ ਮੈਨੂੰ ਲਾਗੇ ਹੋਣ ਦੇ। ਦੂਜਾ ਉਹਨੂੰ ਬਾਂਹ ਫੜ ਕੇ ਖਿੱਚ ਲੈਂਦਾ, ਤੂੰ ਬੜਾ ਲਾਗੇ, ਹੁਣ ਮੈਂ ਲਾਗੇ ਹੋਣਾ। ਇਸ ਤਰ੍ਹਾਂ ਆਪਸ ਵਿੱਚ ਰੌਲਾ ਵੀ ਪਾ ਰਹੇ ਤੇ ਚਲੇ ਵੀ ਆ ਰਹੇ ਹਨ। ਵੱਡੇ ਪੱਗ ਬਾਰੇ ਗੁਰੂ ਪੱਗ ਅਨੁਰਾਗੇ ਬਾਰੇ। ਔਰ ਇਸ ਤਰ੍ਹਾਂ ਵੱਡੇ ਭਾਗ ਵਾਲੇ ਹਨ, ਭਾਈ ਸਾਹਿਬ ਜੀ ਲਿਖਦੇ ਨੇ, ਵੱਡੇ ਭਾਗ ਵਾਲੇ ਗੁਰੂ ਪੱਗ ਅਨੁਰਾਗ ਵਾਲੇ। ਤੇ ਗੁਰੂ ਚਰਨਾਂ ਨਾਲ ਇਹਨਾਂ ਦਾ ਪ੍ਰੇਮ ਵੀ ਹੈ, ਤਾਂ ਹੀ ਤਾਂ ਲੱਗੇ ਹੁੰਦੇ, ਦੂਰ ਨਹੀਂ ਹੁੰਦੇ। ਮਨ ਨਹੀਂ ਕਰਦਾ ਦੂਰ ਹੋਏ, ਫਿਰ ਕੋਈ ਲਾਗੇ ਲਾਗੇ ਹੋਈ ਜਾਂਦੇ ਨੇ, ਇੱਕ ਦੂਜੇ ਨੂੰ ਫਿਰ ਖਿੱਚਦੇ। ਤੇਰੇ ਹੱਥ ਤਾਂ ਮਿੱਟੀ ਵਾਲੇ ਨੇ, ਮਹਾਰਾਜ ਦੇ ਚੋਲੇ ਨੂੰ ਲੱਗ ਜਾਣਗੇ, ਮੈਨੂੰ ਲਾਗੇ ਹੋ ਜਾਣਗੇ। ਇਹ ਪ੍ਰੇਮ ਜਿਹੜਾ ਨਾ ਸਾਧ ਸੰਗਤ ਬਾਲ ਸਖਾਈ ਹੋਣ ਦਾ ਬਿਆਨਿਆ ਥੋੜੀ ਜਾ ਸਕਦਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕਿਸੇ ਦੱਸਿਆ ਵੀ ਬਾਹਰ ਇੱਕ ਫਟਿਆਂ ਮੈਲਿਆਂ ਕੱਪੜਿਆਂ ਵਾਲਾ ਬ੍ਰਾਹਮਣ ਆਇਆ ਤੇ ਅੰਦਰ ਆਉਣਾ ਚਾਹੁੰਦਾ ਹੈ। ਤੇ ਭਗਵਾਨ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਵੀ ਨਾਂ ਕੀ ਦੱਸਦਾ ਹੈ ਆਪਣਾ? ਆਖੇ ਜੀ ਨਾਂ ਤਾਂ ਪੁੱਛਿਆ ਨਹੀਂ। ਕਿਹਾ ਜਾ ਪਹਿਲੇ ਨਾਮ ਪੁੱਛ ਕੇ ਆ ਕੌਣ ਹੈਗਾ। ਉਹ ਨਾਮ ਪੁੱਛ ਕੇ ਆਇਆ ਤੇ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਕੀ ਨਾਮ ਦੱਸਿਆ? ਕਹਿੰਦੇ ਜੀ ਉਹ ਇਹ ਕਹਿੰਦਾ ਵੀ ਮੈਂ ਤੁਹਾਡਾ ਬਾਲ ਸਖਾਈ ਆ। ਤੇ ਨਾਮ ਕੀ ਹੈ? ਸੇਵਾਦਾਰ ਨੇ ਦੱਸਿਆ ਭਗਵਾਨ ਜੀ ਨਾਮ ਤਾਂ ਸੁਦਾਮਾ ਹੈਗਾ। ਕਹਿੰਦੇ ਅੱਛਾ ਸੁਦਾਮਾ, ਭੁੱਲ ਹੀ ਗਏ ਕਿ ਮੈਂ ਦੁਆਪਰ ਦਾ ਅਵਤਾਰੀ ਪੁਰਸ਼ ਹਾਂ ਤੇ ਦੁਆਰਕਾ ਦੇ ਸਿੰਘਾਸਣ ਤੇ ਬੈਠਾ ਹੋਇਆ, ਨੰਗੇ ਪੈਰੀਂ ਦੌੜਦੇ ਹੋਏ ਆ ਕੇ ਗਲ ਲਾ ਲਿਆ ਤੇ ਅੱਖਾਂ ਵੀ ਭਰੀਆਂ ਹੋਈਆਂ, ਸੁਦਾਮੇ ਦੀਆਂ ਵੀ ਤੇ ਸ੍ਰੀ ਕ੍ਰਿਸ਼ਨ ਦੀਆਂ ਵੀ। ਭਗਵਾਨ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਸੁਦਾਮਾ ਤੂੰ ਕਿਉਂ ਰੋਂਦਾ ਹੈ? ਆਖਿਆ ਜੀ ਮੇਰੇ ਕੋਲ ਤਾਂ ਰਿਹਾ ਹੀ ਕੁਛ ਨਹੀਂ, ਮੈਂ ਤੁਹਾਡੇ ਦਰਵਾਜ਼ੇ ਤੇ ਆਇਆ ਤੇ ਭਗਵਾਨ ਜੀ ਤੁਸੀਂ ਕਿਉਂ ਰੋ ਰਹੇ ਹੋ? ਆਖਣ ਲੱਗੇ ਤੇਰੇ ਵਰਗਾ ਅੱਜ ਤੱਕ ਮਿਲਿਆ ਹੀ ਕੋਈ ਨਹੀਂ, ਇਸ ਲਈ ਰੋਂਦੇ ਪਏ। ਦੋਹਾਂ ਪਾਸਿਆਂ ਦੀ ਗੱਲ ਹੈ, ਤੂੰ ਤਾਂ ਸਾਡਾ ਬਾਲ ਸਖਾਈ ਹੈ। ਤੇ ਆ ਕੱਛ ਵਿੱਚ ਕੀ ਛੁਪਾਇਆ ਹੋਇਆ ਹੈ? ਲੈ ਕੇ ਤੰਦੁਲ ਚੱਬਿਓ ਨ। ਆਖਣ ਲੱਗਾ ਜੀ ਕੁਛ ਨਹੀਂ ਕੁਛ ਨਹੀਂ। ਤੇ ਸ੍ਰੀ ਕ੍ਰਿਸ਼ਨ ਕਹਿਣ ਲੱਗੇ ਅੱਛਾ ਆਦਤ ਗਈ ਨਹੀਂ ਛੁਪਾਉਣ ਵਾਲੀ, ਉਦੋਂ ਤਾਂ ਤੂੰ ਛੁਪਾ ਕੇ ਚਣੇ ਚੱਬ ਗਿਆ ਸੀ, ਪਰ ਹੁਣ ਅੱਜ ਤੇਰੇ ਕੋਲ ਜਿਹੜੇ ਚਾਵਲ ਲਿਆਇਆ ਅਸੀਂ ਖੋ ਕੇ ਚੱਬ ਲੈਣੇ। ਲੈ ਕੇ ਤੰਦੁਲ ਚੱਬਿਓ ਨ। ਇਹ ਬਾਲ ਸਖਾਈਆਂ ਦਾ ਪ੍ਰੇਮ ਹੁੰਦਾ ਹੈ। ਤੇ ਫਿਰ ਜਦ ਹੁਣ ਵੀ ਕੋਈ ਤੁਹਾਨੂੰ ਪੁਰਾਣਾ ਬਾਲ ਸਖਾਈ ਮਿਲ ਜਾਂਦਾ ਹੈ, ਬਚਪਨ ਦਾ ਕੋਈ ਸਾਥੀ ਮਿਲ ਜਾਂਦਾ ਹੈ, ਤੇ ਫਿਰ ਤੁਸੀਂ ਕਹਿੰਦੇ ਹੋ ਬਈ ਤੂੰ ਵੱਡਾ ਤਾਂ ਹੋ ਗਿਆ, ਦਾੜੀ ਵੀ ਆ ਗਈ ਹੈ, ਚਿੱਟੀ ਵੀ ਹੋ ਗਈ ਹੈ, ਪਰ ਮੈਨੂੰ ਤਾਂ ਅੱਜ ਵੀ ਤੂੰ ਓਡਾ ਕੀ ਲੱਗਦਾ ਹੈ। ਉਹ ਕਹਿੰਦਾ ਮੈਨੂੰ ਵੀ ਤੂੰ ਓਡਾ ਹੀ ਲੱਗਦਾ ਹੈ। ਫਿਰ ਗੱਲ ਵਕੜੀਆਂ ਹੋ ਜਾਂਦੀਆਂ। ਇਸ ਤਰ੍ਹਾਂ ਬਾਲ ਭਲੇ ਦਾ ਪ੍ਰੇਮ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪ੍ਰੇਮ ਇਹਨਾਂ ਦੇ ਮਨ ਵਿੱਚ ਹੈਗਾ ਹੈ। हेर हेर बारे मन चार काम कोर को। ਭਾਈ ਸਾਹਿਬ ਜੀ ਨੇ ਬੜਾ ਖੂਬਸੂਰਤ ਦ੍ਰਿਸ਼ ਲਿਖਿਆ। ਕਹਿੰਦੇ ਨੇ ਬਾਰ-ਬਾਰ ਵੇਖ ਵੇਖ ਕੇ ਮਨ ਵਿੱਚ ਕਰੋੜ ਕਾਮ ਦੀ ਸੁੰਦਰਤਾ ਨੂੰ ਵਾਰਦੇ ਪਏ। ਜਿਹੜਾ ਦੇਖਦਾ ਪਿਆ ਨਾ, ਕਹਿੰਦੇ ਨੇ ਸਭ ਤੋਂ ਸੁੰਦਰ ਕਾਮਦੇਵ ਹੈ। ਪਰ ਇਹ ਜਿਹੜੀ ਸੁੰਦਰਤਾ ਅੱਜ ਗੁਰੂ ਸਾਹਿਬ ਬਰਸਾ ਰਹੇ ਨੇ, ਭਾਈ ਸਾਹਿਬ ਕਹਿੰਦੇ ਨੇ ਕਰੋੜਾਂ ਕਾਮਦੇਵ ਤੇ ਉਹਨਾਂ ਦੀ ਸੁੰਦਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਕਦਮਾਂ ਦੀ ਖਾਕ ਦੇ ਇੱਕ ਜ਼ਰਰੇ ਬਰਾਬਰ ਵੀ ਨਹੀਂ ਬਣਦੀ। ਇਸ ਤਰ੍ਹਾਂ ਕਰੋੜਾਂ ਕਾਮਦੇਵ ਤਾਂ ਮਹਾਰਾਜ ਦੇ ਕਦਮਾਂ ਦੀ ਖਾਕ ਤੋਂ ਵਾਰੇ ਜਾ ਸਕਦੇ ਹਨ। ਸਵਈਆ
बिथ कायावत देखत मानव। ਇਸ ਤਰ੍ਹਾਂ ਫਿਰ ਹੌਲੀ ਹੌਲੀ ਬਾਗ ਚੋਂ ਮਹਾਰਾਜ ਗਲੀ ਵਿੱਚ ਆ ਗਏ। ਜਿਹੜੀ ਸਾਹਮਣੇ ਗਲੀ ਹੈ ਨਾ, ਇਹਦੇ ਵਿੱਚ ਮਹਾਰਾਜ ਆ ਗਏ ਤੇ ਗਲੀ ਦੇ ਨਿਵਾਸੀ ਦੇਖਦੇ ਪਏ ਹਨ ਸੀਸ ਨਿਵਾਏ ਨਿਹੋਰਤ ਹੈ। ਤੇ ਸਾਰੇ ਸਿਰ ਝੁਕਾ ਕੇ ਹੱਥ ਜੋੜ ਕੇ ਸਾਹਿਬ ਜੀਆਂ ਨੂੰ ਬੇਨਤੀਆਂ ਪ੍ਰਾਰਥਨਾ ਕਰ ਰਹੇ ਹਨ। ਸੁੰਦਰਤਾ ਜਨ ਪਾਨ ਕਨੇ ਔਰ ਇਸ ਤਰ੍ਹਾਂ ਜਿਵੇਂ ਸੁੰਦਰਤਾ ਦਾ ਰਸ ਪਾਨ ਕਰ ਰਹੇ ਹਨ ਮੇਖ ਬਿਲੋਚਨ ਜੋਰਤ ਹੈ। ਤੇ ਬਿਨਾਂ ਅੱਖਾਂ ਬੰਦ ਕੀਤਿਆਂ, ਬਿਨਾਂ ਅੱਖਾਂ ਝਮਕਿਆਂ ਇੱਕ ਟੱਕ ਮਹਾਰਾਜ ਜੀ ਦਾ ਦੀਦਾਰ ਕਰ ਰਹੇ ਹਨ। ਪੀਠ ਪਰੇ ਜਹਲੋ ਗੁਰ ਰੂਪ ਜਿੱਤੋਂ ਤੱਕ ਮਹਾਰਾਜ ਲੰਘਦੇ ਜਾਂਦੇ ਨੇ, ਨਮਸਕਾਰ ਕਰਦੇ ਨੇ ਆਉਂਦਿਆਂ, ਆਪਣੇ ਦਰਵਾਜ਼ਿਆਂ 'ਚ ਖੜੇ ਨੇ, ਤੇ ਜਿੱਥੋਂ ਤੱਕ ਮਹਾਰਾਜ ਦੀ ਪਿੱਠ ਵੀ ਨਜ਼ਰ ਆ ਰਹੀ ਹੈ ਨਾ, ਉਦੋਂ ਤੱਕ ਖੜੇ ਦੇਖੀ ਜਾ ਰਹੇ। ਪਤਾ ਹੀ ਨਹੀਂ ਚੱਲਦਾ ਕਿ ਵਾਪਸ ਆਪਣੇ ਘਰ ਵੀ ਜਾਣਾ ਹੈ, ਕਿ ਦਰਵਾਜ਼ੇ 'ਚ ਖੜੇ ਆ, ਕਿ ਗਲੀ 'ਚ ਖੜੇ ਆ। ਇਹ ਸੁੱਧ ਬੁੱਧ ਨਹੀਂ ਰਹਿੰਦੀ। ਜਿਵੇਂ ਭਾਈ ਸਾਹਿਬ ਜੀ ਕਹਿੰਦੇ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਇਸ ਤਰ੍ਹਾਂ ਪ੍ਰੇਮ ਵਿੱਚ ਲੀਨ ਹਨ। ਨਹੀਂ ਤਬਲੋ ਮੁਖ ਮੋਰਤ ਹੈ। ਜਿੰਨਾ ਚਿਰ ਮਹਾਰਾਜ ਜੀ ਜਾਂਦੇ ਹੋਏ ਅੱਖਾਂ ਤੋਂ ਓਝਲ ਨਹੀਂ ਹੋ ਜਾਂਦੇ, ਦਿਖਣਾ ਬੰਦ ਨਹੀਂ ਹੋ ਜਾਂਦਾ, ਉਦੋਂ ਤੱਕ ਮੁਖੜਾ ਨਹੀਂ ਪਵਾਉਂਦੇ। ਹਾਂਜੀ, ਪੂਰਨਮਾ ਜਨ ਚੰਦ ਮਸਨ ਜਿਵੇਂ ਪੂਰਨਮਾਸੀ ਦਾ ਬੇਦਾਗ ਚੰਨ ਹੋਵੇ। ਇਹ ਉਦਾਹਰਣ ਹੈ ਸਾਧ ਸੰਗਤ। ਵਰਨਾ ਚੰਦ ਕੀ ਹੈ ਗੁਰੂ ਦੇ ਸਾਹਮਣੇ? ਚੰਦ ਸੂਰਜ ਤੇ ਕੁਛ ਵੀ ਨਹੀਂ ਹੈ। ਉਹ ਤਾਂ ਹਜ਼ਾਰਾਂ ਵੀ ਹੋਵਣ ਤੇ ਗੁਰੂ ਦੇ ਕਦਮਾਂ ਦੀ ਖਾਕ ਬਰਾਬਰ ਨਹੀਂ ਹੈਗੇ। ਇਹ ਉਦਾਹਰਣ ਹੈ ਵੀ ਜਿਵੇਂ ਪੂਰਨਮਾਸੀ ਦਾ ਪੂਰਾ ਚੰਦਰਮਾ ਸੋਹਣਾ ਹੁੰਦਾ, ਪਰ ਵਿੱਚ ਦਾਗ ਨਾ ਹੋਵੇ। ਚਕੋਰ ਮਨਿੰਦ ਸੁਲੋਰਤ ਹੈ। ਤੇ ਸੇਵਕ ਚਕੋਰ ਦੀ ਤਰ੍ਹਾਂ ਮਹਾਰਾਜ ਜੀ ਦੇ ਦਰਸ਼ਨ ਚਾਹ ਰਹੇ ਹਨ। ਆਮ ਗਏ ਅਭਰਾਮ ਗੁਰੂ ਵੱਡੇ ਸਤਿਗੁਰੂ ਪਾਤਸ਼ਾਹ ਜੀ ਹਨ। ਤੇ ਹੌਲੀ ਹੌਲੀ ਮਾਮਾ ਕਿਰਪਾਲ ਚੰਦ ਜੀ ਦੀ ਉਂਗਲ ਪਕੜ ਕੇ ਨਾਲ ਨਾਲ ਸਾਰੇ ਬਾਲਕ ਚੱਲਦੇ ਆ ਰਹੇ ਨੇ ਤੇ ਇੱਥੇ ਪਹੁੰਚ ਗਏ ਨੇ ਜਿੱਥੇ ਤੁਸੀਂ ਬੈਠੇ ਹੋ। ਧਾਮ ਦਾ ਮਤਲਬ ਘਰ। ਪਟਨਾ ਗੁਰੂ ਦਾ ਘਰ ਹੈ ਤੇ ਉਸ ਪਟਨੇ ਗੁਰੂ ਕੇ ਘਰ ਵਿੱਚ ਤਖਤ ਸਾਹਿਬ ਘਰ ਹੈ। ਇੱਥੇ ਆ ਪਹੁੰਚੇ ਹਨ। ਦੇਖਨ ਕੋ ਉਤਕੰਠਤ ਮਾਈ। ਔਰ ਇਸ ਤਰ੍ਹਾਂ ਮਾਤਾ ਜੀ ਦੇਖਣ ਵਾਸਤੇ, ਦਰਸ਼ਨ ਕਰਨ ਵਾਸਤੇ ਤਾਂਘ ਰਹੇ ਹਨ। ਵਿਛਰੇ ਤੇਨ ਮਹਾ ਲਗ ਜਿਉ ਕਛ ਕੋ। ਜਿਵੇਂ ਗਊ ਹੈ ਨਾ ਤੇ ਬਛੜੇ ਵੱਲ ਉਹ ਦੇਖਦੀ ਹੈ, ਉਹਨੂੰ ਸੁੰਘਦੀ ਹੈ, ਉਹਨੂੰ ਪਿਆਰ ਕਰਦੀ ਹੈ, ਉਸ ਨਾਲ ਮਮਤਾ ਦਾ ਸਾਗਰ ਉੜੇਲਦੀ ਹੈ। ਇਸ ਤਰ੍ਹਾਂ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਤਾਂਘ ਰਹੇ ਹਨ। ਵਿਛਰੇ ਨ ਥਿਰੇ ਅਤੁ ਹੈ ਅਕੁਲਾਈ। ਔਰ ਕਿਉਂਕਿ ਹੁਣ ਤੱਕ ਵਿਛੜੇ ਨਹੀਂ ਕਦੀ, ਤੇ ਪਹਿਲੀ ਵਾਰੀ ਇੱਕ ਪੈਰ ਦੂਰ ਰਹੇ ਹਨ ਤੇ ਉਹ ਬੜੇ ਅਕੁਲਾ ਰਹੇ ਹਨ। ਦੁਆਰ ਬਿਲੋਚਨ ਸਮੁਖ ਤੇ ਮੁਖ ਨੰਦਨ। ਔਰ ਇਸ ਤਰ੍ਹਾਂ ਜਦੋਂ ਦਰਵਾਜ਼ੇ ਤੋਂ ਹੀ ਦੇਖਿਆ ਹੁੰਦਿਆਂ ਸਾਹਮਣਿਓ ਆਪਣੇ ਨੰਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਮੁਖ ਨੰਦਨ ਦੇਖਤ ਹੀ ਹਰ ਖਾਈ। ਆਪਣੇ ਸਾਹਿਬਜ਼ਾਦੇ ਦਾ ਚਿਹਰਾ ਦੇਖ ਕੇ ਹੀ ਪ੍ਰਸੰਨ ਹੋ ਗਏ, ਭੁੱਖ ਹੀ ਲੈ ਗਈ ਸਾਰੀ। ਜਿਹੜਾ ਇੱਕ ਪਹਿਰ ਪਹਿਲੇ ਕਈ ਯੁੱਗਾਂ ਵਰਗਾ ਲੱਗਦਾ ਸੀ ਨਾ, ਉਹ ਹੁਣ ਇੱਕ ਪਲ ਵਰਗਾ ਲੱਗਣ ਲੱਗ ਪਿਆ, ਕਿਉਂਕਿ ਦਰਸ਼ਨ ਜੋ ਹੋ ਗਏ ਹਨ। ਧੀਰ ਤੇ ਬੈਠ ਗਇਓ ਨ ਤਹਾ। ਔਰ ਇਸ ਤਰ੍ਹਾਂ ਦੇ ਧੀਰ ਤੇ ਬੈਠ ਗਇਓ ਨਾ ਤਹਾਂ, ਧੀਰਜ ਨਾਲ ਉਹਨਾਂ ਕੋਲੋਂ ਬੈਠੇ ਨਾ ਰਿਹਾ ਗਿਆ। ਜਦੋਂ ਬਾਹਰੋਂ ਡਿਉੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀਆਂ ਨੂੰ ਆਉਂਦੇ ਦੇਖਿਆ ਨਾ ਮਾਤ ਗੁਜਰੀ ਸਾਹਿਬਾਂ ਨੇ, ਤੇ ਇੱਥੇ ਬੈਠੇ ਸਨ ਤੇ ਉਹ ਬੈਠੇ ਨਾ ਰਹਿ ਸਕੇ। ਫਿਰ ਕਿਵੇਂ ਹੋਇਆ? ਹਾਂਜੀ, ਸਿਕਰੇ ਉਛੰਗ ਮੈਂ ਲੀਨ ਕੋ ਆਈ। ਤੇ ਬੈਠੇ ਨਾ ਰਹੇ, ਖੜੇ ਵੀ ਨਾ ਰਹੇ ਤੇ ਤੁਰ ਵੀ ਨਾ ਸਕੇ। ਦੌੜ ਕੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਗਲਾਂ 'ਚ ਹੱਥ ਪਾ ਕੇ ਤੇ ਚੁੱਕ ਕੇ ਗਲ ਨਾਲ ਲਾ ਲਿਆ ਤੇ ਮੱਥਾ ਚੁੰਮਣ ਲੱਗ ਪਿਆ। ਸਾਧ ਸੰਗਤ, ਮਾਂ ਦੀ ਮਮਤਾ ਨੂੰ ਕੌਣ ਨਹੀਂ ਜਾਣਦਾ, ਪਰ ਇਹ ਮਮਤਾ ਕੋਈ ਅਲੌਕਿਕ ਹੈ।
ਗੋਦ ਭਰਿਓ। ਆਪਣੀ ਗੋਦ ਵਿੱਚ ਉਠਾ ਲਿਆ ਤੇ ਹਿਰਦਾ ਵੱਡੀ ਪ੍ਰਸੰਨਤਾ ਨਾਲ ਸ੍ਰੀ ਮਾਤ ਜੀਆਂ ਦਾ ਭਰਿਆ ਹੈ। ਚਹੁ ਕੋਦ ਬਿਨੋਦਤ ਬਾਲ ਮਹਾ। ਤੇ ਚਾਰੋਂ ਪਾਸੇ ਦੇਖਦੇ ਪਏ ਨੇ ਬਾਲਕ ਨੇ, ਵੱਡੀ ਗਿਣਤੀ ਹੈ, ਉਹ ਪ੍ਰੇਮ ਨਾਲ ਦੇਖ ਰਹੇ ਹਨ। ਮਾਤ ਜੀ ਮਾਥ ਟਿਕੇ ਪਗ ਪੈ। ਉਹਨਾਂ ਸਾਰਿਆਂ ਨੇ ਜਦ ਦੇਖਿਆ ਬਈ ਮਾਤਾ ਜੀ ਨੇ ਸਾਡੇ ਦੋਸਤ ਨੂੰ ਚੁੱਕ ਕੇ ਗਲ ਨਾਲ ਲਾ ਲਿਆ ਹੈ ਤੇ ਸਾਡਾ ਖਿਆਲ ਹੀ ਕੋਈ ਨਹੀਂ, ਸਾਨੂੰ ਭੁੱਲ ਹੀ ਗਏ ਹਨ, ਤੇ ਸਾਰਿਆਂ ਨੇ ਇੱਕੋ ਦਮ ਇੱਕੋ ਆਵਾਜ਼ ਵਿੱਚ ਆਖਿਆ, ਮਾਤ ਜੀ ਮਾਤ ਟਿਕੇ ਪਗ ਪੈ। ਮਾਤਾ ਜੀ ਪੈਰਾਂ ਤੇ ਸਿਰ ਰੱਖਦੇ ਆ, ਪੈਰੀ ਪੈਂਦੇ ਹਨ। ਬਾਰਹੀ ਬਾਲਕ ਸਮੂਹ ਕਹਾ। ਸਾਰੇ ਬੱਚਿਆਂ ਨੇ ਇੱਕੋ ਵਾਰੀ ਇੱਕ ਜ਼ਬਾਨ ਹੋ ਕੇ, ਇੱਕ ਆਵਾਜ਼ ਹੋ ਕੇ ਕਿਹਾ, ਮਾਤਾ ਜੀ ਅਸੀਂ ਤੁਹਾਡੇ ਪੈਰੀ ਪੈਂਦੇ ਹਾਂ। ਆਸਿਕ ਦੇ ਸੁਖ ਸਾਥ ਪਰੀ। ਤੇ ਧੰਨ ਧੰਨ ਮਾਤ ਗੁਜਰੀ ਸਾਹਿਬਾਂ ਨੇ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ, ਸਦਕੇ ਗਏ। ਆਖਿਆ ਮਾਂ ਸਦਕੇ ਤੁਹਾਡੇ ਸਾਰਿਆਂ ਤੋਂ, ਜਿਹੜੇ ਮੇਰੇ ਲਾਲ ਦੇ ਸੰਗੀ ਸਾਥੀ ਮਿੱਤਰ ਹੋ, ਦੋਸਤ ਹੋ, ਬਾਲ ਸਖਾਈ ਹੋ। ਮਾਗਲ ਫੂਲ ਸੁਮਾਲ ਰਹੀ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦੇ ਗਲ ਵਿੱਚ ਉਹ ਫੁੱਲਾਂ ਦੀ ਮਾਲਾ, ਗਲੇ ਵਿੱਚ ਸ਼ੋਭਾ ਪਾ ਰਹੀ ਹੈ। ਖਤ ਪਾਲ ਵਿਸਾਲ ਮਨੋਹਰ। ਇਸ ਤਰ੍ਹਾਂ ਬੜੇ ਪ੍ਰੇਮ ਨਾਲ ਮਹਾਰਾਜ ਜੀ ਦਾ ਜਿਹੜਾ ਵੱਡਾ ਮੱਥਾ ਹੈ ਉੱਚਾ, ਉਹ ਚੁੰਮਿਆ ਹੈ, ਜਿਹੜਾ ਮਨੋਹਾਰੀ ਹੈ, ਸਭ ਦਾ ਮਨ ਮੋਹ ਲੈਣ ਵਾਲਾ ਹੈ। ਯੋਗੀ ਜੀ ਸਹਿ ਵਿੱਚ ਧਿਆਨ ਲਹਾ। ਮਾਨੋ ਯੋਗੀ ਮਹਾਯੋਗੀ ਵੀ ਇਸ ਮਸਤਕ ਦਾ ਧਿਆਨ ਕਰਦੇ ਹੋ। ਵਿਸ਼ਾਲਤਾ, ਮਹਾਨਤਾ, ਪਵਿੱਤਰਤਾ, ਇਹ ਸਭ ਉਸ ਮਸਤਕ ਚੋਂ ਬਰਸ ਰਹੀਆਂ ਹਨ। ਸ੍ਰੀ ਗੁਰੂ ਨਾਨਕ ਕੋ ਤਰ ਧਿਆਨ। ਇਸ ਤਰ੍ਹਾਂ ਜਦ ਮੱਥਾ ਚੁੰਮਦੇ ਨੇ ਤੇ ਫਿਰ ਮਾਤਾ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਦੇ ਕਿ ਤੁਹਾਡੀ ਦਾਤ ਤੇ ਤੁਹਾਡੀ ਕਰਾਮਾਤ ਹੈ। ਤੋ ਕਰ ਜੋਰ ਕੈ ਬੰਧਨ ਗਾਈ। ਤੇ ਦੋਵੇਂ ਹੱਥ ਜੋੜੇ ਬਾਲਕ ਜੀਆਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਭੰਗੂੜੇ ਤੇ ਬਿਠਾਇਆ ਤੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਲੱਗ ਪਏ, ਗੁਰੂ ਨਾਨਕ ਦੇਵ ਜੀ ਦਾ ਸ਼ੁਕਰਾਨਾ ਕਰਨ ਲੱਗ ਪਏ ਕਿ ਅੱਜ ਮੇਰੇ ਲਾਲ ਜੀ ਬਾਹਰ ਪਹਿਲੀ ਵਾਰੀ ਖੇਲ ਕੇ ਆਏ ਨੇ ਤੇ ਤੁਹਾਡੇ ਚਰਨ ਕਮਲਾਂ ਦਾ ਸ਼ੁਕਰਾਨਾ ਹੈ। ਬਾਤ ਕਿਰਪਾਲ ਸੋ ਬਾਤ ਕਹੀ। ਤੇ ਨਾਲੇ ਆਪਣੇ ਭਰਾਤਾ ਸ੍ਰੀ ਮਾਮਾ ਕਿਰਪਾਲ ਚੰਦ ਸਾਹਿਬ ਜੀ ਨੂੰ ਇਹ ਗੱਲ ਮਾਤਾ ਜੀ ਨੇ ਆਖੀ ਹੈ। ਆਓ ਤਿਹਾਵਲ ਕੋ ਸਮੁਦਾਇ। ਆਖਿਆ ਇਸ ਖੁਸ਼ੀ ਵਿੱਚ ਕਿ ਲਾਲ ਜੀ ਬਾਹਰ ਬੱਚਿਆਂ ਨਾਲ ਖੇਡ ਕੇ ਆਏ ਨੇ, ਪਹਿਲੀ ਵਾਰ ਘਰੋਂ ਬਾਹਰ ਬਰਕਤਾਂ ਵੰਡ ਕੇ ਆਏ ਨੇ, ਤੇ ਇਸ ਖੁਸ਼ੀ ਵਿੱਚ ਵੱਡੀ ਮਿਕਦਾਰ ਵਿੱਚ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਵਾਓ। ਤਾਤ ਸੁਪੂਛਨ ਬਾਤ ਲਗੀ। ਔਰ ਇਸ ਤਰ੍ਹਾਂ ਦੇ ਨਾਲ ਆਪਣੇ ਭੁਜੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਪੁੱਛਣ ਲੱਗੇ ਹਨ। ਬਸ ਬਾਗ ਪਿਖਿਓ ਕਿਮ ਖੇਲ ਮਚਾਈ। ਆਖਿਆ ਲਾਲ ਜੀ ਇੱਕ ਗੱਲ ਦੱਸੋ, ਜਦੋਂ ਦੇ ਤੁਸੀਂ ਗਏ ਹੋ ਨਾ ਸਾਨੂੰ ਤਾਂ ਹੋਰ ਕੁਝ ਦਿਖਾਈ ਨਹੀਂ ਪਿਆ, ਤੁਸੀਂ ਬਾਗ ਕਿਵੇਂ ਦੇਖਿਆ ਹੈ, ਕਿਹੋ ਜਿਹਾ ਬਾਗ ਸੀ ਤੇ ਕਿਸ ਤਰ੍ਹਾਂ ਦੀਆਂ ਖੇਲਾਂ ਖੇਲੀਆਂ ਹਨ। ਸੁੰਦਰਤਾ ਤਨ ਬ੍ਰਿੰਦ ਫੁਹਾਰਨ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੜੇ ਸੋਹਣੀ ਸੁੰਦਰਤਾ ਪ੍ਰਕਿਰਤੀ ਦੀ, ਸੋਹਣੇ ਫੁਹਾਰੇ ਚੱਲਦੇ ਪਏ ਨੇ ਮਾਤਾ ਜੀ, ਬੜੇ ਸੋਹਣੇ ਸੋਹਣੇ ਬਾਗ, ਬਗੀਚੇ, ਬੂਟੇ, ਫੁੱਲ, ਵੇਲਾਂ ਤੇ ਵੱਡੇ ਭਾਰੇ ਫਲਾਂ ਦੇ ਦਰਖਤ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸੁਨਾਈ। ਮਹਾਰਾਜ ਜੀਆਂ ਨੇ ਸਾਰਾ ਸੁਣਾ ਦਿੱਤਾ ਇੱਕ ਸ਼ਬਦ ਵਿੱਚ, ਬਈ ਬਹੁਤ ਸੁੰਦਰ, ਬਹੁਤ ਸੁੰਦਰ ਹੈ। ਖਨ ਚੀਰ ਮਹਾਤਨ ਕੋ। ਫਿਰ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀਆਂ ਨੇ ਗਹਿਣੇ, ਬਸਤਰ ਤੇ ਧਨ ਆਦਿਕ ਨਿਜ ਨੰਦ ਨਿਛਾਵਰ ਕੋ ਕਰਮਾਈ। ਆਪਣੇ ਬਾਲਕ ਜਗਤ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੋਂ ਸਦਕੇ ਕੀਤਾ ਵਾਰਿਆ। ਦੇਤ ਗਰੀਬਨ ਕੋ ਬੁਲਵਾਈ। ਤੇ ਲੋੜਵੰਦਾਂ ਨੂੰ ਬੁਲਾ ਕੇ ਉਹ ਸਦਕੇ ਦਿੱਤੇ। ਦੇਖੋ ਕਿੰਨੀ ਵੱਡੀ ਕਰਾਮਾਤ ਵਰਤਦੀ ਪਈ। ਪਹਿਲੇ ਦਿਨ ਖੇਲਣ ਗਏ ਨੇ,
खेल के वापस आए ने, ते किन्ने ही गहने, किन्ने ही बस्तर, ते कितना ही धन माता जी ने वार के ते लोड़वंदां दीयां लोड़ां पूरीआं कर दित्ती। ये गुरु घर दी वड्डी करामात है बई लोड़वंदां दीयां लोड़ां पूरीआं होणीआं चाहीदियां ने। पहले जामे विच ये करामात कर दित्ती। ਇਹ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲਿਆਂ ਦੇ ਸੇਵਕ ਆਏ ਬੈਠੇ ਲੰਗਰਾਂ ਦੀ ਰਸਦਾਂ ਲੈ ਕੇ ਆਏ ਹਨ। ਵੱਡੀ ਸੇਵਾ ਇਹਨਾਂ ਨੇ 15 ਤਰੀਕ ਤੱਕ ਲੰਗਰ ਚੱਲਦੇ ਰਹਿਣੇ। ਇਹਨਾਂ ਉਸ ਮਹਾਂਪੁਰਖ ਦਾ ਜੀਵਨ ਦੇਖਿਆ, ਉਹਨਾਂ ਦਾ ਸਪਰਸ਼ ਮਹਿਸੂਸ ਕੀਤਾ ਹੈ। ਜਿਸ ਹਾਲ ਵਿੱਚ ਬੈਠੇ ਹੋਏ ਬਾਬਾ ਕਰਤਾਰ ਸਿੰਘ ਜੀ ਨੇ ਬਣਾਇਆ, ਦੇਖ ਲਓ ਪਿੱਲਰ ਕੋਈ ਨਹੀਂ, ਵਾਲ ਟੂ ਵਾਲ ਕੋਈ ਪਿੱਲਰ ਨਹੀਂ ਹੈ। ब्रह्म ज्ञानी आत्मा सन। उन्होंने किसे पूछया, बाबा जी किन्ने पढ़े हो? इन्ना सोहना नक्शा बना दिता, पिलर कोई नहीं रखिया। ते संत बाबा करतार सिंह जी आखन लगे, असी कोई पढ़े नहीं है, असी कोई नक्शा नहीं बनाया। आखिया फिर किसने बनाया? यह जिहड़ा दीवान हाल मंडी साहब है ना अमृतसर, ये भी उन्हें बनाया, उहदे विच भी पिलर कोई नहीं। बाबा जी किसने नक्शा बनाया है? आखन लगे, असी अरदास करके ते कलम गुरु गोबिंद सिंह जी के हाथ च पकड़ा दी है। ये नक्शा उन्होंने आप ही बनाया है। ते गल भी ठीक है, असी भावें बहुते अमीर नहीं होंदे, दरम्याने जे लोग होंदे आ, ते मकान का नक्शा आप ही बनाउंदे आ। इत्थे बैडरूम चाहिए, इत्थे रसोई चाहिए, इत्थे लिविंग रूम चाहिए है, कहने आ ना। ते साध संगत जिहड़ा अनंत ब्रह्मंडां दा मालक है, ओहदा घर बना रहा होवे, कोई बन रहा होवे, ते ओह नक्शा किसी होर नूं बनाउण देवेगा? ओह नक्शा भी उन्होंने आप ही बनाया। बड़ी पवित्र आत्मा ऐ सारी खेड़ वरती हुई। ऐसी महान पवित्र हस्ती कोई बोल एवें नहीं कहती, जो हुंदा है वही कहते। ते तुसी उत्थे बैठे हो, जिहड़ा गुरु गोबिंद सिंह जी का घर है, जिन्हों गुरु तेग बहादुर जी ने कहा, भाई जी सिरों पाओ भेजा है, पटना गुरु का घर है। ते मेरा गुरु का घर ही नहीं, नक्शा भी संत बाबा करतार सिंह जी कहते हैं गुरु गोबिंद सिंह जी ने आप ही बनाया। तीन पातशाहियां दे चरण पे हुए ने इत्थे। गुरु नानक देव महाराज आए ने इस घर विच, क्योंकि सब तो पहला उन्होंने सालसराय जौहरी नूं मंजी बख्शी है, ते घर आके बख्शी। जिथे तुसी बैठे हो इत्थे गुरु नानक देव जी दे चरण पए ने, फिर गुरु तेग बहादुर जी दे चरण पए ने, ते फिर गुरु गोबिंद सिंह जी दा तां जन्म ही इत्थे होया। पूरब देश विच गुरु नानक दी सिੱਖੀ दा वड्डा तखत है, ते महाराज सच्चे पातशाह जी इस घर नूं भाग ला रहे ने। माता जी निहाल हो रहे हैं। ਭੂਖਨ ਚਾਰ ਮਹਾਤਨ ਕੋ, इस तरह दे नाल हाँ जी ਦੇਤ ਗਰੀਬਨ ਕੋ ਬੁਲਵਾ, ਲੋੜਵੰਦਾਂ ਨੂੰ ਬੁਲਾ ਕੇ ਤੇ ਧਨ ਤੇ ਬਸਤਰ ਤੇ ਗਹਿਣੇ ਅਰਪਣ ਕੀਤੇ। ਅਸੀਸ ਕੋ ਪਾਏ ਹਿਰਦੈ ਹਰ ਖਾਈ, ਤੇ ਉਹ ਜਿਹੜੇ ਲੋੜਵੰਦ ਨੇ ਨਾ ਧਨ ਪ੍ਰਾਪਤ ਕਰਕੇ ਤੇ ਮਾਤਾ ਜੀ ਦੇ ਚਰਨਾਂ ਤੇ ਸੀਸ ਰੱਖ ਕੇ कहते ने साड़ी भी उम्र तुहाडे बालक नूं लग जाए, तुहाडा बालक जुग जुग जीवे, रहिंदी दुनिया तक जीवे। ते माता जी सुन के मैं खुश हो रहा, पर कौन दसे तुसी तां इन्नी दृष्टि रखदे हो, युग तक दृष्टि रखदे हो। असलीयत यह है सारा ब्रह्मंड भी मुक जावे, युग भी मुक जावन, पर गुरु गोबिंद सिंह महाराज फिर भी जिउंदे ही ने।
ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਮਾਤਾ ਜੀ ਪ੍ਰਸੰਨ ਹੋ ਰਹੇ ਹਨ आपने पाग सराहत उत्तम, ਤੇ ਆਪਣੇ ਭਾਗ ਉੱਤਮ ਸਮਝਦੇ ਹਨ। दीन दुनी में हो ਤੇ अधिकारी, ਲੋੜਵੰਦ ਕਹਿੰਦੇ ਦੀਨ ਦੁਨੀਆ ਵਿੱਚ ਬਹੁਤ ਵਾਧਾ ਹੋਵੇ। दीन बड़ो उत्साह पले, ਬੜਾ ਵੱਡਾ ਉਤਸ਼ਾਹ ਹੋਇਆ। डरे आए मिले गुर को समुदाय। ਪਟਨਾ ਸਾਹਿਬ ਜੀ ਦੇ ਬਹੁਤ ਸਾਰੇ ਸਿੱਖ ਸੇਵਕ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਉਣ ਲੱਗ ਪਈਆਂ ਹਨ। ਪ੍ਰੇਮ ਭਿੱਜਿਆ ਹਿਰਦਾ, ਬੇਸ਼ਕੀਮਤੀ ਭੇਟਾਵਾਂ, ਕੋਈ ਕੜਾਹ ਪ੍ਰਸਾਦ ਦੀ ਦੇਗ ਲਿਆ ਰਿਹਾ, ਕੋਈ ਫੁੱਲ ਲਿਆ ਰਿਹਾ, ਕੋਈ ਫਲ ਲਿਆ ਰਿਹਾ, ਕੋਈ ਬਸਤਰ, ਕੋਈ ਗਹਿਣੇ ਆਭੂਸ਼ਣ ਲਿਆ ਰਹੇ ਨੇ ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ। ਆਪ ਸਾਰੇ ਵੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਆਏ ਹੋ। ਔਰ ਮੈਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ ਤੇ ਦਾਵਾ ਰੱਖ ਕੇ ਕਹਿ ਸਕਦਾ ਕਿ ਜਿਤਨੇ ਆਏ ਹੋ ਖਾਲੀ ਕੋਈ ਨਹੀਂ ਜਾਵੇਗਾ, ਸਭ ਦੀਆਂ ਝੋਲੀਆਂ ਭਰ ਕੇ ਹੀ ਮਹਾਰਾਜ ਭੇਜਣਗੇ। ਬਸ ਤੁਸੀਂ ਆਪਣੀ ਭਾਵਨਾ ਦੀ ਝੋਲੀ ਬਣਾ ਲਓ, ਮਹਾਰਾਜ ਭਰ ਕੇ ਹੀ ਭੇਜਣਗੇ। ਪ੍ਰਸ਼ਾਸਨ ਵੱਲੋਂ ਗੁਜ਼ਾਰਿਸ਼ ਹੈ ਬਈ ਆ ਜਿਹੜਾ ਕਰੋਨਾ ਹੈ ਇਹਦੇ ਕਾਫੀ ਮਰੀਜ਼ ਲਾਗੇ ਜਿਹੜੇ ਨੇ ਉਹ ਪਾਏ ਗਏ ਨੇ। ਉਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੇ ਸਾਡੇ ਵੱਲੋਂ ਵੀ ਤੁਹਾਨੂੰ ਸਭ ਨੂੰ ਇਤਲਾਹ ਹੈ, ਜਾਣਕਾਰੀ ਹੈ, ਭਾਵੇਂ ਬੇਨਤੀ ਸਮਝ ਲਓ ਬੇਨਤੀ ਹੈ। ਵੈਸੇ ਜਥੇਦਾਰ ਨੂੰ ਆਦੇਸ਼ ਕਰਨ ਦਾ ਹੱਕ ਵੀ ਤੁਸੀਂ ਦਿੱਤਾ ਹੋਇਆ, ਤੁਹਾਡੀ ਮਰਜ਼ੀ ਹੈ, ਭਾਵੇਂ ਬੇਨਤੀ ਮੰਨ ਲਓ ਤੇ ਭਾਵੇਂ ਹੁਕਮ ਮੰਨ ਲਓ। ਮਾਸਕ ਜ਼ਰੂਰ ਲਾ ਕੇ ਰੱਖਣਾ ਹੈ। ਜਿਨ੍ਹਾਂ ਕੋਲ ਮਾਸਕ ਨਹੀਂ ਜਾਂ ਕਿਸੇ ਦੀ ਤਣੀ ਟੁੱਟ ਜਾਂਦੀ ਹੈ, ਕਿਸੇ ਦਾ ਮਾਸਕ ਡਿੱਗ ਪੈਂਦਾ ਹੈ, ਕਿਉਂਕਿ ਸਾਨੂੰ ਆਮ ਕਰਕੇ ਆਦਤ ਨਹੀਂ ਨਾ ਹੈਗੀ, ਇਸ ਕਰਕੇ ਸਾਫਾ ਲੈ ਕੇ ਤੇ ਉਹਦਾ ਮਾਸਕ ਬਣ ਜਾਂਦਾ ਹੈ। ਉਲਾਮਾ ਨਾ ਆਵੇ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਵੀ ਗੁਰਸਿੱਖ ਆਏ ਨੇ ਤੇ ਇਹਨਾਂ ਨੇ ਸਮਾਜਿਕ ਜਿਹੜਾ ਡਿਸਟੈਂਸ ਹੈ ਜਾਂ ਮਾਸਕ ਜਿਹੜਾ ਹੈ ਉਹ ਗੱਲ ਮੰਨੀ ਨਹੀਂ। ਜੇ ਆਪਾਂ ਮੰਨਾਂਗੇ ਤਾਂ ਗੁਰੂ ਦੀ ਮਹਿਮਾ ਤਾਂ ਹੈ ਹੀ ਹੈ, ਨਾਲ ਤੁਹਾਡੀ ਮਹਿਮਾ ਵੀ ਹੋਏਗੀ। ਇਸ ਲਈ ਸਾਰਿਆਂ ਨੂੰ ਗੁਜ਼ਾਰਿਸ਼ ਵੀ ਹੈ ਤੇ ਆਗਿਆ ਵੀ ਹੈ ਬਈ ਸਭ ਨੇ ਇਹ ਬੇਨਤੀ ਮੰਨਣੀ ਹੈ ਤੇ ਮਾਸਕ ਜ਼ਰੂਰ ਲਾ ਕੇ ਰੱਖਣਾ। ਕੋਈ ਫਰਕ ਥੋੜੀ ਪੈਂਦਾ, ਇਹਦਾ ਕਿਹੜਾ ਕੋਈ ਭਾਰ ਹੈ ਵੀ ਜਿਹੜਾ ਜੇ ਬੰਨ ਲਿਆ ਤਾਂ ਨੱਕ ਲੰਮਾ ਹੋ ਜਾਏਗਾ, ਲਟਕ ਜਾਏਗਾ, ਇਹੋ ਜੀ ਗੱਲ ਤਾਂ ਹੈ ਨਹੀਂ। ਇਸ ਲਈ ਸਾਰਿਆਂ ਨੇ ਇਹਦੇ 'ਚ ਆਪਣਾ ਵੀ ਬਚਾਓ ਹੈ, ਦੂਜੇ ਦਾ ਵੀ ਬਚਾਓ। ਤੁਸੀਂ ਗੱਡੀ ਚਲਾਉਂਦੇ ਹੋ, ਰਸਤੇ 'ਚ ਆਉਂਦੇ ਹੋ ਤੇ ਆਪਣਾ ਵੀ ਬਚਾ ਤੇ ਦੂਜੇ ਦਾ ਵੀ ਕਰਦੇ ਹੋ ਨਾ। ਇਸ ਲਈ ਕੋਈ ਡਰਨ ਦੀ ਲੋੜ ਨਹੀਂ ਹੈ। ਜੀਵਨ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਗੁਰੂ ਨੇ ਦਿੱਤਾ ਹੋਇਆ, ਪਰ ਜਿੰਨਾ ਚਿਰ ਗੁਰੂ ਨੇ ਦਿੱਤਾ ਹੋਇਆ ਇਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ ਸਾਰਿਆਂ। ਤੇ ਬੀਬੀਆਂ ਲਈ ਤੇ ਕੰਮ ਹੀ ਬੜਾ ਸੌਖਾ ਹੈ। ਇਹਨਾਂ ਕੋਲ ਤਾਂ ਸੋਹਣੇ ਸ਼ਾਲ ਨੇ, ਸੋਹਣੇ ਇਹਨਾਂ ਦੇ ਸਿਰਾਂ ਤੇ ਦੁਪੱਟੇ ਨੇ, ਇਹਨਾਂ ਤਾਂ ਮਾੜਾ ਜਿਹਾ ਇੰਝ ਹੀ ਕਰਨਾ ਹੁੰਦਾ ਤੇ ਕੰਮ ਚੱਲ ਜਾਂਦਾ। ਭਾਈਆਂ ਨੂੰ ਥੋੜਾ ਜਿਹਾ ਔਖਾ ਹੈ, ਪਰ ਕੋਈ ਗੱਲ ਨਹੀਂ, ਭਾਈ ਔਖ ਸਹਿ ਲੈਂਦੇ ਨੇ। ਇਸ ਲਈ ਜਿਤਨੀ ਸੰਗਤ ਆ ਰਹੀ ਹੈ ਉਹਨਾਂ ਸਾਰਿਆਂ ਨੂੰ ਵੀ ਇਹ ਸੰਦੇਸ਼ ਦੇਵੋ ਕਿ ਮਾਸਕ ਲਾ ਕੇ ਰੱਖਣ ਤੇ ਕੋਈ ਸ਼ਿਕਾਇਤ ਨਾ ਆਵੇ। ਬੜੇ ਆਨੰਦ ਵਿੱਚ ਮਹਾਰਾਜ ਜੀ ਦੇ ਪੁਰਬ ਮਨਾਓ। ਨਾ ਕਿਸੇ ਦੀ ਅਫਵਾਹ ਸੁਣਨ ਦੀ ਲੋੜ ਹੈ, ਨਾ ਅਫਵਾਹ ਫੈਲਾਉਣ ਦੀ ਲੋੜ ਹੈ। ਆਪ ਪ੍ਰੇਮ ਪ੍ਰਾਪਤ ਕਰਨ ਵਾਸਤੇ ਆਇਓ, ਪ੍ਰੇਮ ਪ੍ਰਾਪਤ ਕਰੋ। ਪਰ ਇਹ ਨਿਯਮ ਦੀ ਪਾਲਣਾ ਸਾਰਿਆਂ ਨੇ ਜ਼ਰੂਰ ਕਰਨੀ ਹੈ। ਥੋੜੇ ਜਿਹੇ ਫਰਕ ਬਣਾ ਕੇ ਰੱਖਣਾ ਹੈ ਤੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ। ਇਹ ਲਾਡਲੀਆਂ ਫੌਜਾਂ ਨੇ ਦੇਖੋ ਹੁਕਮ ਹੁਣੇ ਹੀ ਮੰਨ ਲਿਆ ਤੇ ਸਭ ਨੇ ਮਾਸਕ ਬੰਨ੍ਹ ਲਏ। ਮਹਾਰਾਜ ਮਿਹਰਾਂ ਨਾਲ ਨਿਵਾਜ਼ ਦੇਵਣ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਆਓ ਸਾਰੇ ਰਲ ਕੇ 2 ਮਿੰਟ ਵਾਸਤੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ, ਮਾਸਕ ਦੇ ਵਿੱਚੋਂ ਦੀ ਵੀ ਤੁਹਾਡੀ ਆਵਾਜ਼ ਆ ਜਾਏ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਜਪੋ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਂ ਦਾ ਯਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਕੇ ਚਰਨ ਕਮਲਾਂ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਆਪ ਜੀ ਦੇ ਦਰ ਕਰਦੇ ਅਨੰਨ ਪ੍ਰੀਤਵਾਨ ਸੇਵਕ ਜਥੇਦਾਰ ਕਮਿਕਰ ਸਿੰਘ ਜੀ ਮੁਕੰਦਪੁਰੀ ਆਪ ਜੀ ਦੇ ਚਰਨ ਕਮਲਾਂ ਜਾ ਬਿਰਾਜੇ ਹਨ। ਸਦੀਵ ਕਾਲ ਵਾਸਤੇ ਉਹਨਾਂ ਦੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਰਜ਼ਾ 'ਚ ਰਹਿਣ ਦਾ ਬਲ ਬਖਸ਼ਿਸ਼ ਕਰਨਾ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰੋ। ਦਰੋਂ ਕਰੋ ਮਿਹਰਾਂ ਨਾਲ ਨਿਵਾਜ਼ਦੇ ਹੋਏ ਹਰ ਪ੍ਰਕਾਰ ਦੀਆਂ ਬਰਕਤਾਂ ਨਾਲ ਝੋਲੀਆਂ ਭਰ ਕੇ ਆਪਣੇ ਸੇਵਕਾਂ ਨੂੰ ਨਿਵਾਜੋ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਨਾਮ ਚਿਤ ਆਵੇ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭਾਤ ਫੇਰੀ ਹਰ ਰੋਜ਼ ਦੀ ਤਰ੍ਹਾਂ 4:30 ਵਜੇ ਸਵੇਰੇ ਪ੍ਰਾਰੰਭ ਹੋਵੇਗੀ। ਜੋ ਰੂਟ ਕੱਲ ਦਾ ਪ੍ਰਭਾਤ ਫੇਰੀ ਦਾ ਬਣਿਆ ਹੋਇਆ ਉਹ ਸਾਨੂੰ ਲਿਸਟ ਪ੍ਰਾਪਤ ਨਹੀਂ ਹੋ ਸਕੀ, ਸ਼ਾਇਦ ਇੱਧਰ ਉੱਧਰ ਕਿਤੇ ਹੋ ਗਈ ਹੈ। ਜੋ ਬਣਿਆ ਹੋਇਆ, ਜੋ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਸੰਚਾਲਕ ਹਨ, ਉਹ ਸਾਰਾ ਕੱਲ ਪੰਜ ਪਿਆਰੇ ਸਾਹਿਬਾਨ ਨੂੰ ਰੂਟ ਦੇ ਦੇਣਗੇ। ਉਸ ਮੁਤਾਬਕ ਪ੍ਰਭਾਤ ਫੇਰੀ ਜਗ੍ਹਾ ਜਗ੍ਹਾ ਗੁਰੂ ਪਾਤਸ਼ਾਹ ਜੀ ਦੇ ਆਗਮਨ ਦਾ ਜਾਗਰਤੀ ਸੰਦੇਸ਼ ਪਹੁੰਚਾ ਕੇ ਫਿਰ ਤਖਤ ਸਾਹਿਬ ਵਿਖੇ ਨਤਮਸਤਕ ਹੋਵੇਗੀ। ਬਾਰੰਬਾਰ ਸਭ ਦਾ ਫਿਰ ਤੋਂ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਹੁਣ ਜਿਹੜਾ ਨਜ਼ਰ ਆਵੇ ਮਾਸਕ ਲੱਗਿਆ ਹੋਇਆ ਹੀ ਨਜ਼ਰ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ।